ਧੰਨ ਵਾਹਿਗੁਰੂ ਸਾਹਿਬ ਜੀ। ਸ਼੍ਰੀ ਰਾਗ ਮਹਿਲਾ ਪੰਜਵਾਂ। ਘਰ ਦੂਜਾ। ਗੋਇਲ ਆਇਆ ਗੋਇਲੀ, ਕਿਆ ਤਿਸ ਡੰਪ ਪਸਾਰ। ਮੋਹਲਤ ਪੁੰਨੀ ਚੱਲਣਾ, ਤੂੰ ਸੰਮਲ ਘਰ ਬਾਰ। ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ। ਕਿਆ ਥੋੜੜੀ ਬਾਤ ਗੁਮਾਨਾ, ਹਰ ਗੁਣ ਗਾਓ ਮਨਾ। ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ ਰਹਾਓ। ਜੈਸੇ ਰਹਿਣ ਪਰਾਹੁਣੇ, ਉੱਠ ਚਲ ਸੇ ਪ੍ਰਭਾਤ। ਕਿਆ ਤੂੰ ਰਿਤਾ ਗ੍ਰਸਤ ਸਿਉ, ਸਭ ਫੁੱਲਾਂ ਕੀ ਬਾਗਾਤ। ਮੇਰੀ ਮੇਰੀ ਕਿਆ ਕਰੇ, ਜਿਨ ਦਿਆ ਸੋ ਪ੍ਰਭ ਲੋੜ। ਸਰ ਪਰ ਉੱਠੀ ਚੱਲਣਾ, ਛੱਡ ਜਾਸੀ ਲੱਖ ਕਰੋੜ। ਲੱਖ 84 ਭਰਮ ਤਿਆਂ, ਦੁਲਭ ਜਨਮ ਪਾਇਓ ਏ। ਨਾਨਕ ਨਾਮ ਸੰਭਾਲ ਤੂੰ, ਸੋ ਦਿਨ ਨੇੜਾ ਆਇਓ। ਸ਼ਬਦ ਗੁਰੂ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜੁੜ ਬੈਠੇ ਸਤਿਕਾਰੇ ਸਤਸੰਗੀ ਜਨੋ, ਆਪ ਜੀ ਨੇ ਗੁਰੂ ਮਹਾਰਾਜ ਜੀ ਦੇ ਦਰ ਬੈਠ ਕੇ ਸਤਿਕਾਰਯੋਗ ਗਿਆਨੀ ਜੀ ਪਾਸੋਂ ਆਪ ਜੀ ਨੇ ਗੁਰਬਾਣੀ ਪਾਠ ਸ਼੍ਰਵਣ ਕੀਤਾ ਹੈ। ਉਪਰੰਤ ਹਜ਼ੂਰੀ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਆਪ ਜੀ ਨੇ ਬੈਠ ਕੇ ਬੜੀ ਇਕਾਗਰਤਾ ਦੇ ਵਿੱਚ ਸ਼੍ਰਵਣ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਦੇ ਚੱਲ ਰਹੇ ਲੜੀਵਾਰ ਸਲੋਕਾਂ ਦੀ ਵਿਚਾਰ ਨੂੰ ਅੱਜ ਅਸੀਂ ਇਸ ਕਰਕੇ ਨਹੀਂ ਲੈ ਪਾਏ ਕਿਉਂਕਿ ਵਿਸ਼ੇਸ਼ ਤੌਰ ਤੇ ਪਰਿਵਾਰ ਵੱਲੋਂ ਅੱਜ ਦੇ ਸਮਾਗਮ ਦੀ, ਜਿੱਥੇ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਅਰਦਾਸ ਸਮਾਗਮ ਕਰਾਇਆ ਹੈ, ਯਤਨ ਕਰਾਂਗੇ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਮੁਬਾਰਕ ਸ਼ਬਦ ਲੈ ਕੇ ਜੋ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਸ਼੍ਰੀ ਰਾਗ ਦਾ ਸ਼ਬਦ ਹੈ, ਉਸ ਨੂੰ ਰਲ ਮਿਲ ਬੈਠ ਕੇ ਵਿਚਾਰ ਸਕੀਏ। ਸਾਂਝ ਪਾਉਣ ਤੋਂ ਪਹਿਲਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਮੁਬਾਰਕ ਸ਼ਬਦ ਦੇ ਵਿੱਚ ਕੁਝ ਉਦਾਹਰਨਾਂ ਵਰਤੀਆਂ ਨੇ, ਜਿਵੇਂ ਕਿ ਪ੍ਰਾਹੁਣੇ ਦੀ ਉਦਾਹਰਨ ਹੈ। ਗੁਰੂ ਮਹਾਰਾਜ ਜੀ ਨੇ ਇਸ ਵਿੱਚ ਆਰੰਭ ਦੇ ਵਿੱਚ ਗੋਇਲ ਦੀ, ਭਾਵ ਜਿਹੜੇ ਗੁੱਜਰ ਲੋਕ ਹੁੰਦੇ ਨੇ, ਜਿਹੜੇ ਪਸ਼ੂ ਪਾਲਦੇ ਨੇ, ਉਹਨਾਂ ਦੀ ਮਹਾਰਾਜ ਜੀ ਨੇ ਇੱਕ ਉਦਾਹਰਨ ਦਿੱਤੀ ਹੈ। ਪਰ ਇਸ ਸ਼ਬਦ ਦਾ ਜੋ ਕੇਂਦਰੀ ਵਿਚਾਰ ਹੈ, ਸੈਂਟਰ ਆਈਡੀਆ ਹੈ, ਜੋ ਸਮੁੱਚੇ ਸ਼ਬਦ ਦਾ ਆਪਣੇ ਆਪ ਦੇ ਵਿੱਚ ਇੱਕ ਮੁਕਰੰਦ ਹੈ। ਤੁਸੀਂ ਕਦੀ ਦੇਖਿਆ ਹੋਵੇਗਾ ਜਿਹੜਾ ਫੁੱਲ ਖਿੜਿਆ ਹੁੰਦਾ ਹੈ, ਉਹਦੀਆਂ ਸਾਨੂੰ ਪੰਖੜੀਆਂ ਦਿਖਾਈ ਦੇਣਗੀਆਂ,
5 7 8 ਪੰਖੜੀਆਂ ਹੁੰਦੀਆਂ ਨੇ ਉਹਦੀਆਂ, ਸਾਨੂੰ ਦਿਖਾਈ ਦੇ ਰਹੀਆਂ ਨੇ। ਅਸੀਂ ਉਹਦੇ ਕੋਲ ਜਾਂਦੇ ਹਾਂ ਤੇ ਸਾਨੂੰ ਮਹਿਕ ਆਉਂਦੀ ਹੈ, ਬੜੀ ਚੰਗੀ ਖੁਸ਼ਬੂ ਆਉਂਦੀ ਹੈ, ਪਰ ਅਸਲ ਦੇ ਵਿੱਚ ਜਿਹੜੀ ਉਹ ਖੁਸ਼ਬੂ ਆ ਰਹੀ ਹੈ ਉਹ ਉਸ ਫੁੱਲ ਦੇ ਵਿੱਚ ਇੱਕ ਮੁਕਰੰਦ ਹੁੰਦਾ ਹੈ, ਉਸ ਵਿੱਚ ਹੀ ਖੁਸ਼ਬੂ ਹੁੰਦੀ ਹੈ। ਤੇ ਜਿਹੜਾ ਭੰਵਰਾ ਹੈ ਉਹ ਬੈਠਦਾ ਭਾਵੇਂ ਪੰਖੜੀਆਂ ਦੇ ਉੱਤੇ ਹੈ, ਪਰ ਉਹ ਰਸ ਲੈਂਦਾ ਮੁਕਰੰਦ ਦੇ ਵਿੱਚੋਂ ਦੀ, ਉਹਦੇ ਵਿੱਚੋਂ ਦੀ ਉਹ ਰਸ ਕੱਢਦਾ ਹੈ, ਕਿਉਂਕਿ ਜਿਹੜਾ ਨਿਚੋੜ ਹੈ, ਰਸ ਹੈ, ਉਹ ਮੁਕਰੰਦ ਦੇ ਵਿੱਚ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ, ਬਾਣੀ ਦੀ ਤਰਤੀਬ, ਬਾਣੀ ਦਾ ਢੰਗ ਹੈ, ਆਪਣੇ ਆਪ ਦੇ ਵਿੱਚ ਹੈ ਤੇ ਪੋਇਟਰੀ ਹੈ, ਕਾਵ ਰਚਨਾ ਹੈ, ਕਾਵ ਸ਼ੈਲੀ ਹੈ। ਰਾਗ ਦੇ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤੀ, ਰਾਗਬੰਧ ਕੀਤੀ ਹੈ, ਪਰ ਗੁਰੂ ਮਹਾਰਾਜ ਜੀ ਨੇ ਸਮੁੱਚੇ ਸ਼ਬਦ ਦੇ ਵਿੱਚ ਜਿਹੜਾ ਕੇਂਦਰੀ ਵਿਚਾਰ ਰੱਖਿਆ ਹੈ ਮੁਕਰੰਦ ਵਾਂਗ, ਉੱਥੇ ਮਹਾਰਾਜ ਜੀ ਨੇ ਰਹਾਉ ਲਿਖ ਦਿੱਤਾ ਹੈ, ਤਾਂ ਕਿ ਸਾਨੂੰ ਸਾਰੇ ਸ਼ਬਦ ਦਾ ਜਿਹੜਾ ਮੇਨ ਵਿਚਾਰ ਹੈ, ਉਹਦਾ ਥੀਮ ਹੈ, ਉਹਦਾ ਆਈਡੀਆ ਹੈ, ਉਹ ਸੌਖਾ ਹੀ ਪਕੜ ਦੇ ਵਿੱਚ ਆ ਜਾਏ ਕਿ ਆਖਿਰ ਸਾਰਾ ਸ਼ਬਦ ਕਹਿਣਾ ਕੀ ਚਾਹੁੰਦਾ ਹੈ। ਹੁਣ ਹੁੰਦਾ ਤੇ ਇਦਾਂ ਹੈ ਕਿ ਖਿਮਾ ਕਰਿਓ ਜੀ, ਗੁਰੂ ਮਹਾਰਾਜ ਜੀ ਨੇ ਜਦੋਂ ਇਹ ਸ਼ਬਦ ਕੀਰਤਨ ਰੂਪ ਦੇ ਵਿੱਚ ਗਾਇਨ ਕੀਤੇ ਹੋਣਗੇ, ਉਦੋਂ ਕੇਂਦਰੀ ਵਿਚਾਰ ਨੂੰ ਹੀ ਆਧਾਰ ਬਣਾ ਕੇ ਉਸੇ ਨੂੰ ਹੀ ਦ੍ਰਿੜ ਕਰਾਇਆ ਹੋਏਗਾ, ਤਾਂ ਹੀ ਰਹਾਉ ਦਾ ਮਾਇਨਾ ਹੈ। ਅਦਰਵਾਈਜ਼ ਅਸੀਂ ਸਾਰਾ ਸ਼ਬਦ ਇੱਕ ਸਾਰ ਪੜ੍ਹ ਜਾਈਏ, ਸਾਡੇ ਲਈ ਤੇ ਸਾਰੀਆਂ ਪੰਕਤੀਆਂ ਇੱਕੋ ਜਿਹੀਆਂ ਹੀ ਨੇ। ਪਰ ਮਹਾਰਾਜ ਜੀ ਨੇ ਰਹਾਉ ਵਿਸ਼ੇਸ਼ ਪਾਇਆ ਦਾ ਭਾਵ ਹੈ ਰੁਕਣਾ, ਠਹਿਰਨਾ, ਇਹਨੂੰ ਮੁੜ ਕੇ ਵਿਚਾਰਨਾ। ਤੇ ਜਿਹੜਾ ਸ਼ਬਦ ਦਾ ਮੁਕਰੰਦ ਹੈ, ਸੈਂਟਰ ਆਈਡੀਆ, ਉਹ ਇਹ ਹੈ ਕਿ ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਥੋੜੜੀ ਬਾਤ ਦਾ ਅਰਥ ਹੈ ਥੋੜੀ ਜੀ ਗੱਲ। ਇਹ ਜਿਹੜੀ ਜ਼ਿੰਦਗੀ ਮਿਲੀ ਹੈ, ਇਹ ਜਨਮ ਮਿਲਿਆ ਹੈ, ਇਹ ਵਕਤ ਮਿਲਿਆ ਹੈ, ਸਮਾਂ ਮਿਲਿਆ ਹੈ, ਇੱਕ ਚਾਂਸ ਮਿਲਿਆ ਹੈ, ਇੱਕ ਥੋੜੜੀ ਜੀ ਗੱਲ ਹੈ, ਬਹੁਤ ਵੱਡੀ ਪ੍ਰਾਪਤੀ ਤਾਂ ਨਹੀਂ। ਇਹ ਜਿਹੜਾ ਮੌਕਾ ਮਿਲਿਆ ਹੈ, ਤੈਨੂੰ ਸਰੀਰ ਸੋਹਣਾ ਮਿਲਿਆ ਹੈ, ਸਵਸਥ ਮਿਲਿਆ ਹੈ, ਸਾਧਨ ਮਿਲੇ ਨੇ, ਰਹਿਣ ਖਾਣ ਹੰਡਾਣ ਸਾਰਾ ਕੁਝ ਕਰਤੇ ਨੇ ਪ੍ਰੋਵਾਈਡ ਤੈਨੂੰ ਕੀਤਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਸਾਰਾ ਕੁਝ ਲੈ ਕੇ ਗੁਮਾਨ ਕਰਦਾ। ਗੁਮਾਨ ਦਾ ਅਰਥ ਹੁੰਦਾ ਹੈ ਈਗੋ, ਹੰਕਾਰ, ਹਉਮੈ, ਮਾਣ। ਕਿਸ ਗੱਲ ਦਾ? ਤੂੰ ਇਹ ਵੇਖ ਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਦੀ ਤੇਰੀ ਆਪਣੀ ਪੈਦਾਇਸ਼ ਕੀ ਹੈ, ਇਹਦੇ ਵਿੱਚ ਆਪਣਾ ਪੈਦਾ ਕੀਤਾ ਹੋਇਆ ਕੀ ਹੈ। ਕਿ ਸਰੀਰ ਸਾਡੀ ਆਪਣੀ ਘੜਤ ਹੈ, ਅਸੀਂ ਆਪ ਘੜਿਆ, ਇਹਨੂੰ ਆਪ ਬਣਾਇਆ। ਸਰੀਰ ਦੀਆਂ ਜਿਹੜੀਆਂ ਜ਼ਰੂਰਤਾਂ ਨੇ, ਲੋੜਾਂ ਨੇ, ਮੰਨ ਲਓ ਹਵਾ, ਪਾਉਣ, ਪਾਣੀ ਹੈ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਅਸੀਂ ਆਪਣੇ ਘਰ ਦੇ ਵਿੱਚ ਪਾਣੀ ਪੀਣਾ ਹੁੰਦਾ, ਪਾਣੀ ਦਾ ਸਾਧਨ ਲਵਾਇਆ ਜਾਂਦਾ ਹੈ। ਪੁਰਾਤਨ ਸਮੇਂ 'ਚ ਲੋਕੀ ਖੂਹਾਂ ਤੋਂ ਭਰ ਕੇ ਲੈ ਕੇ ਆਉਂਦੇ ਸਨ, ਪਰ ਅੱਜ ਅਸੀਂ ਆਪਣੇ ਘਰ ਦੇ ਵਿੱਚ ਜਦੋਂ ਪਾਣੀ ਦਾ ਸਾਧਨ ਲਵਾਇਆ, ਕਨੈਕਸ਼ਨ ਲਵਾਇਆ, ਅਜੇ ਪਾਣੀ ਪਹੁੰਚਾਉਣ ਵਾਲੇ ਸਾਡੇ ਘਰ ਤੱਕ ਕਨੈਕਸ਼ਨ ਪਹੁੰਚਾਉਣ ਦੇ ਵੀ ਖਰਚਾ ਪਹਿਲਾਂ ਮੰਗ ਲੈਂਦੇ ਨੇ। ਇੰਨਾ ਖਰਚਾ ਹੋਣਾ, ਤੁਹਾਡੇ ਘਰ ਤੱਕ ਪਾਈਪ ਲੈ ਕੇ ਪਾਈਪਲਾਈਨ ਪਹੁੰਚਾਈ ਜਾਏਗੀ, ਪਾਣੀ ਪਹੁੰਚਾਇਆ ਜਾਏਗਾ। ਜਦੋਂ ਪਾਣੀ ਵਰਤਣਾ ਸ਼ੁਰੂ ਹੁੰਦਾ ਹੈ, ਹਰ ਮਹੀਨੇ ਅਗਲੇ ਲਿਆ ਕੇ ਬੂਹੇ ਤੇ ਬਿੱਲ ਰੱਖ ਦੇਣਗੇ। ਤੁਸੀਂ ਵੇਖੋ, ਜਿਹੜੇ ਪਹੁੰਚਾ ਰਹੇ ਨੇ ਉਹਨਾਂ ਨੇ ਪਾਣੀ ਬਣਾਇਆ ਨਹੀਂ ਹੈ। ਜਿਹੜੀ ਚੀਜ਼ ਨਾਲ ਸਾਡਾ ਸੰਬੰਧ ਹੈ ਉਹਨਾਂ ਨੇ ਬਣਾਇਆ ਨਹੀਂ ਹੈ, ਦਿੱਤਾ ਕਾਦਰ ਨੇ ਹੈ, ਕੁਦਰਤ ਵਿੱਚੋਂ ਆ ਰਿਹਾ ਉਹ ਸਰੋਤ, ਜਿਹਦਾ ਕੁਦਰਤ ਨੇ, ਮਾਲਕ ਅਕਾਲ ਪੁਰਖ ਨੇ ਕੋਈ ਬਿੱਲ ਨਹੀਂ ਭੇਜਣਾ, ਉਹਨੇ ਕੋਈ ਮੁੱਲ ਨਹੀਂ ਮੰਗਣਾ, ਉਹਦਾ ਉਹ ਮੁੱਲਕ ਹੈ ਆਪਣੇ ਆਪ ਦੇ ਵਿੱਚ ਸਰੋਤ। ਪਹੁੰਚਾਉਣ ਵਾਲਿਆਂ ਨੇ ਬਿੱਲ ਮੰਗ ਲੈਣਾ ਹਰ ਮਹੀਨੇ ਦਾ। ਅਸੀਂ ਹਵਾ ਮੰਨਣੀ ਹੈ, ਸਾਨੂੰ ਗਰਮੀ ਲੱਗ ਰਹੀ ਹੈ, ਘਰ 'ਚ ਅਸੀਂ ਪੱਖਾ, ਏਸੀ, ਕੂਲਰ ਲਗਾਉਣਾ ਹੈ, ਸਾਰਾ ਮਸਲਾ ਤੇ ਹਵਾ ਚਾਹੀਦੀ ਹੈ, ਹਵਾ ਮਾਰਨੀ, ਗਰਮੀ ਲੱਗ ਰਹੀ ਹੈ। ਉਹ ਸਾਧਨ ਜਿਹੜੇ ਅਸੀਂ ਘਰ ਵਿੱਚ ਲਾਏ ਨੇ ਨਾ, ਉਹ ਵੀ ਮੁੱਲ ਖਰੀਦ ਕੇ ਲਿਆਉਂਦੇ ਨੇ, ਅਜੇ ਉਹਨਾਂ ਵਿੱਚ ਹਵਾ ਨਹੀਂ ਹੈ। ਉਹ ਸਾਧਨ ਨੇ ਸਿਰਫ ਲਾਉਣੇ ਹੀ ਨੇ, ਫਿੱਟ ਕਰਨੇ ਨੇ, ਫਿੱਟ ਕਰਨ ਵਾਲੇ ਨੇ ਵੀ ਮੁੱਲ ਮੰਗ ਲੈਣਾ। ਜਦੋਂ ਚੱਲਣੇ ਨੇ ਤੇ ਜਿਨ੍ਹਾਂ ਦੀ ਅਸੀਂ ਬਿਜਲੀ ਯੂਜ਼ ਕਰ ਰਹੇ ਉਹਨਾਂ ਨੇ ਵੀ ਬਿੱਲ ਭੇਜ ਦੇਣਾ। ਜਿਨ੍ਹਾਂ ਨੇ ਏਸੀ ਬਣਾਇਆ, ਜਿਨ੍ਹਾਂ ਨੇ ਬਿਜਲੀ ਬਿੱਲ ਭੇਜਿਆ, ਉਹਨਾਂ ਨੇ ਹਵਾ ਬਣਾਈ ਥੋੜਾ। ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਇਹੀ ਗੱਲ ਇੱਕ ਚੇਤੇ ਦਿਵਾਈ ਹੈ। ਗੁਰੂ ਮਹਾਰਾਜ ਨੇ ਉੱਥੇ ਪੰਕਤੀ ਲਿਖੀ ਹੈ, ਜਹ ਪ੍ਰਸਾਦ ਪੀਵੇਂ ਸੀਤਲ ਜਲਾ,
ਸੁਖਦਾਈ ਪਵਨ ਪਾਵਕ ਅਮੁੱਲਾ। ਅਮੁੱਲਾ ਦਾ ਅਰਥ ਹੈ ਜਿਹਦੀ ਕੋਈ ਕੀਮਤ, ਕੋਈ ਰੇਟ ਨਹੀਂ ਲਾਇਆ ਗਿਆ, ਅਮੁੱਲ ਹੈ। ਕਿਉਂਕਿ ਹਰ ਆਪ ਅਮੋਲਕ ਹੈ। ਆਪ ਅਕਾਲ ਪੁਰਖ ਵਾਹਿਗੁਰੂ ਅਮੋਲਕ ਹੈ, ਤੋਲਿਆ ਨਹੀਂ ਜਾ ਸਕਦਾ। ਕੰਚਨ ਸਿਓ ਪਾਈਏ ਨਹੀਂ ਤੋਲ। ਕੋਈ ਸੋਨਾ ਵੀ ਚੜਾ ਦੇਵੇ ਤੇ ਕਵੇ ਮੈਂ ਰੱਬ ਤੋਲ ਲਵਾਂ। ਕੰਚਨ ਸਿਓ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਉਹ ਹਰ ਆਪ ਅਮੋਲਕ ਹੈ, ਮੁੱਲ ਨਾ ਪਾਇਆ ਜਾਏ। ਤੇ ਜਿਹੜੀਆਂ ਉਹਦੀਆਂ ਦਾਤਾਂ ਹੋਣਗੀਆਂ, ਕੀ ਅਸੀਂ ਉਹਦਾ ਮੁੱਲ, ਉਹਦਾ ਰੇਟ, ਉਹਦਾ ਪ੍ਰਾਈਜ਼ ਨਿਸ਼ਚਿਤ ਕਰ ਸਕਦੇ ਹਾਂ? ਤੁਸੀਂ ਰੋਜ਼ ਹੀ ਤਾਂ ਪੜ੍ਹ ਰਹੇ ਹੋ ਸੋਲੇ ਦੀ ਬਾਣੀ ਦੇ ਵਿੱਚ ਮਹਾਰਾਜ ਜਿੱਥੇ ਆਪ ਕਹਿੰਦੇ ਨੇ ਤੇਰੇ ਦਾਨੇ ਕੀਮਤ ਨਾ ਪਵੇ। ਦਾਨੇ ਦਾ ਅਰਥ ਕੀ ਹੈ? ਤੇਰੀਆਂ ਦਿੱਤੀਆਂ ਦਾਤਾਂ ਦਾ, ਤੇਰੇ ਦਿੱਤੇ ਸਰੋਤ ਦਾ, ਜਿਹੜੀ ਚੀਜ਼ ਸਾਨੂੰ ਲੋੜ ਹੈ ਵਰਤ ਰਹੇ ਹਾਂ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸ਼ੁਮਾਰ। ਉਹਦਾ ਕੀ ਅੰਦਾਜ਼ਾ ਲਾਓਗੇ ਤੁਸੀਂ, ਜਿਹਦੀ ਇੱਕ ਚੀਜ਼ ਦੇ ਬਾਰੇ ਅਸੀਂ ਰੇਟ ਸੈੱਟ ਨਹੀਂ ਕਰ ਸਕਦੇ। ਅਜੇ ਹਸਪੀਟਲ ਬੰਦਾ ਜਾਂਦਾ ਹੈ, ਸਾਹ ਨਹੀਂ ਆ ਰਿਹਾ, ਉਹਨੂੰ 10 ਮਿੰਟ ਆਕਸੀਜਨ ਲਾ ਦਿੰਦੇ ਨੇ, ਅਗਲੇ ਕਿੱਡਾ ਲੰਮਾ ਚਿੱਠਾ ਫੜਾ ਦਿੰਦੇ ਨੇ ਸਾਨੂੰ। 10 ਮਿੰਟ ਆਕਸੀਜਨ ਦਿੱਤੀ ਹੈ, ਔਰ ਅਸੀਂ ਜਿਹੜੀ ਦਿਨ ਰਾਤ ਵਰਤ ਰਹੇ ਹਾਂ, ਸੁੱਤੇ ਪਿਆ ਵੀ ਚੱਲ ਰਿਹਾ, ਉਹਨੇ ਕੋਈ ਪ੍ਰਾਈਜ਼ ਨਹੀਂ ਮੰਗਿਆ ਅਜੇ ਤੱਕ, ਕੋਈ ਰੇਟ ਹੈ ਹੀ ਨਹੀਂ ਹੈਗਾ, ਕੋਈ ਬਿੱਲ ਮੰਗਦਾ ਹੀ ਨਹੀਂ ਅਗਲਾ। ਜੰਮਣ ਤੋਂ ਲੈ ਕੇ ਮੌਤ ਤੱਕ ਸਭ ਕੁਝ ਹੀ ਮੁਫਤ ਕੁਦਰਤ ਵਿੱਚੋਂ ਆ ਰਿਹਾ, ਸਭ ਕੁਝ। ਸੋ ਮਹਾਰਾਜ ਕਹਿੰਦੇ ਨੇ ਇਹ ਜੋ ਤੈਨੂੰ ਮਿਲ ਰਿਹਾ, ਜਿਹਦੇ ਵਿੱਚ ਤੇਰਾ ਆਪਣਾ ਕੋਈ ਵੀ ਯੋਗਦਾਨ ਨਹੀਂ ਹੈ, ਨਾ ਸਰੀਰ ਤੂੰ ਘੜਿਆ, ਨਾ ਸਰੀਰ ਚਲਾਉਣ ਲਈ ਹਵਾ ਪਾਉਣ ਪਾਣੀ ਤੂੰ ਬਣਾਇਆ, ਨਾ ਰਹਿਣ ਲਈ ਤੂੰ ਧਰਤੀ, ਹਾਂ ਅਸੀਂ ਪਲਾਟ ਖਰੀਦ ਸਕਦੇ ਨਿੱਕਾ ਜਿਹਾ, ਪਰ ਇੰਨੀ ਵੱਡੀ ਧਰਤੀ ਰਹਿਣ ਨੂੰ ਉਹ ਸਾਰੀ ਮੁਫਤੀ ਅਗਲੇ ਨੇ ਪ੍ਰੋਵਾਈਡ ਕੀਤੀ ਹੈ। ਆਸਮਾਨ ਸੂਰਤ, ਘਰ ਦੇ ਵਿੱਚ ਆਪਾਂ 4 ਬਲਬ ਲਾ ਲਈਏ, ਉਹਦਾ ਖਰਚਾ ਵੱਖਰਾ, ਪਰ ਸੂਰਜ ਜੋ ਕੁੱਲ ਕਾਇਨਾਤ ਨੂੰ ਰੋਸ਼ਨੀ ਸਵੇਰ ਤੋਂ ਸ਼ਾਮ ਤੱਕ ਦੇ ਰਿਹਾ, ਕੋਈ ਬਿੱਲ ਨਹੀਂ। ਚੰਦਰਮਾ, ਤਾਰੇ, ਕੁਦਰਤ ਦੇ ਨਜ਼ਾਰੇ, ਫੁੱਲ ਬਾਗ ਬਗੀਚੇ, ਪੰਛੀਆਂ ਦੀਆਂ ਆਵਾਜ਼ਾਂ, ਹੈ ਕੋਈ ਇਹਦੇ ਪ੍ਰਾਈਜ਼? ਕਿੰਨੇ ਕਿੰਨੇ ਵੱਡੇ ਸਮੁੰਦਰ, ਸਾਗਰ, ਨਦੀ, ਦਰਿਆ, ਇਹ ਸਾਰਾ ਕਾਦਰ ਦਾ ਪੈਦਾ ਹੋਇਆ ਕੁਦਰਤ ਦਾ ਇੱਕ ਵੱਡਾ ਦ੍ਰਿਸ਼ ਹੈ, ਇੱਕ ਨਜ਼ਾਰਾ ਹੈ। ਮਹਾਰਾਜ ਕਹਿੰਦੇ ਨੇ ਇਹਦੇ ਵਿੱਚ ਦੱਸ ਤੇਰਾ ਯੋਗਦਾਨ ਕਿੱਥੇ ਹੈ? ਤੂੰ ਤਾਂ ਵਰਤ ਹੀ ਰਿਹਾ, ਤੇ ਫਿਰ ਕਿਆ ਥੋੜ੍ਹੀ ਬਾਤ ਗੁਮਾਨ, ਵੀ ਕਾਹਦਾ ਮਾਣ, ਕਾਹਦਾ ਹੰਕਾਰ, ਕਿਹੜੀ ਚੀਜ਼ ਦੀ ਦਾਅਵੇਦਾਰੀ ਤੂੰ ਕਰ ਰਿਹਾ ਹੈ? ਇਸ ਕਰਕੇ ਉਦਾਹਰਨ ਮਹਾਰਾਜ ਜੀ ਨੇ ਅਗਲੀ ਪ੍ਰਾਹੁਣੇ ਦੀ ਵਰਤੀ ਹੈ। ਤੂੰ ਪ੍ਰਾਹੁਣਾ ਹੈ ਬਸ, ਜੈਸੇ ਰਹਿਣ ਪ੍ਰਾਹੁਣੇ ਉਚਲ ਸਿਮ ਪ੍ਰਭਾਤ। ਪ੍ਰਾਹੁਣੇ ਦਾ ਫਰਜ਼ ਬਣਦਾ ਹੈ, ਸਾਡੇ ਘਰ 'ਚ ਪ੍ਰਾਹੁਣੇ ਹੁੰਦੇ ਨੇ, ਗੈਸਟ ਹੁੰਦੇ ਨੇ। ਪ੍ਰੈਕਟੀਕਲ ਰੂਪ ਦੇ ਵਿੱਚ ਮਹਾਰਾਜ ਨੇ ਤਾਂ ਉਦਾਹਰਨ ਦਿੱਤੀ ਕਿਉਂਕਿ ਆਪਾਂ ਸਾਰੇ ਯੂਜ਼ ਕਰਦੇ ਘਰ ਦੇ ਵਿੱਚ। ਹੁਣ ਮੰਨ ਲਓ ਪ੍ਰਾਹੁਣੇ ਆ ਗਏ, ਗੈਸਟ ਆ ਗਏ, ਅਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਸਾਰਾ ਇੰਤਜ਼ਾਮ ਕਰਕੇ ਰੱਖਦੇ, ਔਰ ਸਾਨੂੰ ਪਤਾ ਹੋਵੇ ਨਾ ਉਹਦੇ ਵਿੱਚ 3 ਬੱਚੇ ਆ ਰਹੇ ਨੇ, ਉਹਦੇ ਵਿੱਚ 2 ਬਜ਼ੁਰਗ ਨੇ, ਉਹਦੇ ਵਿੱਚ 2 ਅਡਲਟ ਨੇ, ਅਸੀਂ ਉੱਦਾਂ ਦੀ ਖੁਰਾਕ ਪਹਿਲਾਂ ਰੱਖ ਲਵਾਂਗੇ ਆਪਣੇ ਘਰ ਦੇ ਵਿੱਚ। ਪਤਾ ਹੈ ਕਿ ਕਿਹਨੂੰ ਕੀ ਕੀ ਦੇ ਸਕਦੇ ਹਾਂ, ਕੀ ਕੀ ਚੰਗਾ ਲੱਗੇਗਾ, ਕਿਹਦਾ ਕਿੰਨਾ ਲੀਵਰ ਕੰਮ ਕਰ ਰਿਹਾ, ਤੇ ਕਿਹਨੂੰ ਕਿਹੜੀ ਖੁਰਾਕ ਪਚ ਸਕਦੀ ਹੈ, ਕਿਹਨੂੰ ਕਿੱਥੇ ਸੌਣਾ ਹੈ, ਕਿੱਥੇ ਰੱਖਣਾ ਹੈ। ਘਰਦਿਆਂ ਨੇ ਸਾਰਾ ਪ੍ਰਬੰਧ ਪਹਿਲਾਂ ਕਰਨਾ ਹੁੰਦਾ। ਪ੍ਰਾਹੁਣੇ ਆ ਰਹੇ ਨੇ ਸਾਡੇ ਘਰ ਦੇ ਵਿੱਚ, ਰੱਖਣ ਵਾਲੇ ਨੂੰ ਸਾਰੀ ਫਿਕਰ ਹੈ, ਪ੍ਰਾਹੁਣੇ ਨੂੰ ਥੋੜਾ। ਉੱਥੇ ਜਾ ਕੇ ਉਹ ਇਹ ਸੋਚੇ ਕਿ ਮੈਂ ਜਿਹਦੇ ਵਿੱਚ ਖਾਣਾ ਹੈ ਬਣਾਉਣਾ ਹੈ, ਮੈਂ ਆਪਣੇ ਘਰੋਂ ਕੁੱਕਰ ਵੀ ਇੱਕ ਚੁੱਕ ਕੇ ਲੈ ਜਾਵਾਂ, 2 ਪਲੇਟਾਂ ਲੈ ਲਵਾਂ, ਚਮਚਾ ਕੌਲੀ, ਉਹਨੂੰ ਇਹ ਫਿਕਰ ਥੋੜਾ। ਉੱਥੇ ਪ੍ਰਾਹੁਣਾ ਹੈ, ਜਿੰਨਾ ਘਰ ਗਿਆ ਸਾਰਾ ਇੰਤਜ਼ਾਮ ਤੇ ਉਹਨਾਂ ਨੇ ਕਰਨਾ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿੰਨਾ ਵਿਸ਼ਵਾਸ ਇਸ ਗੱਲ ਦਾ ਦਵਾਇਆ। ਮਹਾਰਾਜ ਕਹਿੰਦੇ ਨੇ ਤੂੰ ਉਹਦੇ ਘਰ ਦਾ ਗੈਸਟ ਪ੍ਰਾਹੁਣਾ ਹੈ, ਔਰ ਬੜਾ ਚੰਗਾ ਨੇਕ, ਉਹਦੇ ਇਨਵੀਟੇਸ਼ਨ ਤੇ ਸੱਦਿਆ ਹੋਇਆ। ਉਹ ਤੈਨੂੰ ਜਦੋਂ ਬੁਲਾਉਂਦਾ ਨਾ, ਤੇਰੇ ਆਉਣ ਤੋਂ ਪਹਿਲਾਂ ਹੀ ਉਹ ਤੇਰੀਆਂ ਲੋੜਾਂ ਸਾਰੀਆਂ ਨਿਸ਼ਚਿਤ ਕਰ ਲੈਂਦਾ ਹੈ। ਪਹਿਲੋਂ ਦੇਤਾ ਰਿਜ਼ਕ ਸੰਭਾਹਾ। ਪਹਿਲੋਂ ਕਹਿੰਦੇ ਨੇ ਫਸਟ ਆਫ ਆਲ, ਸਭ ਤੋਂ ਪਹਿਲਾਂ ਤੇਰਾ ਪ੍ਰਬੰਧ ਕੀ ਹੋਇਆ? ਪਹਿਲੋਂ ਦੇਤਾ ਰਿਜ਼ਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਹ। ਜੰਤ ਮਗਰੋਂ ਆ ਰਿਹਾ, ਸੈਕੰਡਰੀ ਗੱਲ ਹੈ ਉਹ। ਫਸਟ ਤੇਰਾ ਪ੍ਰਬੰਧ, ਕਿਸ ਮਾਂ ਦੀ ਕੁੱਖ ਤੋਂ ਜਨਮ ਲੈਣਾ, ਉਹਨੇ ਆਉਂਦਿਆਂ ਸਾਰ ਭੁੱਖ ਲੱਗੇਗੀ, ਪਹਿਲਾਂ ਕੀ ਉਹਨੂੰ ਚਾਹੀਦੀ ਹੋਏਗੀ ਚੀਜ਼। ਹੁਣ ਇੱਕ ਮੱਝ ਦੇ, ਇੱਕ ਗਾਂ ਦੇ, ਕਿਸੇ ਪਸ਼ੂ ਦੇ ਵੀ ਬੱਚਾ ਹੁੰਦਾ ਹੈ। ਹੁਣ ਤੁਸੀਂ ਵੇਖੋ, ਉਹਨੂੰ ਆਉਂਦਿਆਂ ਸਾਰ ਥੋੜਾ ਕੋਈ ਐਜੂਕੇਸ਼ਨ ਦਿੰਦਾ ਕਿ ਵੀ ਤੈਨੂੰ ਭੁੱਖ ਲੱਗੀ, ਹੁਣ ਤੈਨੂੰ ਕੀ ਕਰਨਾ ਪਏਗਾ।
ਤੇ ਮਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ। ਮਾਂ ਦੇ ਰਾਹੀਂ ਬੱਚੇ ਨੂੰ ਜਿਹੜੀ ਫਸਟ ਫੀਡ ਦਿੱਤੀ ਜਾ ਰਹੀ ਹੈ ਨਾ, ਉਹ ਕਰਤੇ ਦੀ ਘਾੜਤ ਹੈ, ਕਰਤੇ ਦੀ ਪਲਾਨਿੰਗ ਹੈ। ਇੱਕ ਪਹਿਲੋਂ ਦਿੱਤਾ ਰਿਜ਼ਕ ਸੰਭਾਹਾ, ਉਹਦੇ ਦੰਦ ਨਹੀਂ ਹੈਗੇ, ਉਹਦਾ ਲੀਵਰ ਪ੍ਰੋਪਰ ਕੰਮ ਨਹੀਂ ਕਰਦਾ, ਉਹਨੂੰ ਪਹਿਲੀ ਡਾਈਟ ਕਿਹੜੀ ਚਾਹੀਦੀ ਹੋਏਗੀ, ਕੀ ਚਾਹੀਦਾ ਹੈ, ਕੀ ਚੰਗਾ ਹੈ। ਮਾਂ ਨੂੰ ਇਹਦੀ ਟੈਨਸ਼ਨ ਨਹੀਂ, ਪਰਿਵਾਰਾਂ ਨੂੰ ਨਹੀਂ, ਕਾਦਰ ਨੂੰ ਪਤਾ। ਕੁਦਰਤ ਦਾ ਇੱਕ ਆਪਣਾ ਪਲਾਨ ਹੈ ਉਹਦੇ ਬੱਚੇ ਵਾਸਤੇ। ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਜਦੋਂ ਪੜੋਗੇ, ਰਮਈਆ ਕੇ ਗੁਣ ਚੇਤ ਪ੍ਰਾਣੀ, ਗੁਣ ਦਾ ਉੱਥੇ ਅਰਥ ਹੈ ਪਰਉਪਕਾਰ। ਕਹਿੰਦੇ ਤੂੰ ਇਹੀ ਗੱਲ ਕਹਿਣਾ ਨਾ, ਕੀ ਰੱਬ ਨੇ ਮੇਰਾ ਕੀਤਾ, ਉਹਨੇ ਕੀ ਸਵਾਰਿਆ ਜੀ, ਰੱਬ ਨੇ ਮੈਨੂੰ ਕੀ ਦਿੱਤਾ ਹੈ। ਬੰਦੇ ਉਹ ਲਾਮੇ ਦੇ ਵਿੱਚ ਹੁੰਦਾ। ਮਹਾਰਾਜ ਕਹਿੰਦੇ ਆ ਮੈਂ ਤੈਨੂੰ ਸਮਝਾਵਾਂ, ਬੇਸਿਕ ਗੱਲਾਂ ਹੀ ਸਮਝਾ ਦੇਵਾਂ, ਬਾਕੀ ਤੂੰ ਆਪੇ ਵਿਚਾਰਦਾ ਰਹੀ। ਰਮਈਆ ਕੇ ਗੁਣ ਚੇਤ, ਕਹਿੰਦੇ ਚੇਤੇ ਕਰ ਜਰਾ ਉਹਦੇ ਪਰਉਪਕਾਰ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਤੇਰੀ ਹਸਤੀ ਕੀ ਸੀ ਇਹ ਦੱਸ, ਮੂਲ ਕਿੱਥੋਂ ਆਇਆ, ਕਿਹੜੀ ਤਿਆਰੀ ਕਿੱਦਾਂ ਹੋਈ, ਤੈਨੂੰ ਐਸੀ ਫਿਕਰ ਇਹਦੀ, ਤੂੰ ਆਪੀ ਆਪਣੇ ਆਪ ਨੂੰ ਆਪ ਹੀ ਘੜਿਆ ਕਿਤੇ ਬਣਾਇਆ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਨੇ ਤੈਨੂੰ ਬਣਾਇਆ ਹੀ ਨਹੀਂ। ਦੇਖ ਸ਼ੇਪ ਕਿੱਡੀ ਪਿਆਰੀ ਦਿੱਤੀ ਹੈ ਉਹਨੇ, ਪੈਰਾਂ ਨਾਲ ਚੱਲਣਾ, ਦੇਖ ਉਹਦੇ ਸੰਤੁਲਨ ਕਿੱਦਾਂ ਬਣਾਇਆ। ਇੱਕ ਪੈਰ ਅੱਗੇ ਪੁੱਟਿਆ ਜਾਂਦਾ, ਦੂਜਾ ਅੱਗੇ ਪੈਰ ਰੱਖਣਾ ਹੁੰਦਾ ਨਾ, ਤੇ ਇੱਕ ਪੈਰ ਸਾਰੀ ਬਾਡੀ ਦਾ ਭਾਰ ਆਪਣੇ ਉੱਤੇ ਕਿੱਦਾਂ ਚੱਕ ਸਕਦਾ ਹੈ। ਵੇਖ ਇਸ ਨਜ਼ਾਰੇ ਨੂੰ ਜਰਾ ਇੱਕ ਵਾਰੀ, ਇਹ ਬਣਤਰ ਵੇਖ ਉਹਦੀ ਸਟਰਕਚਰ ਘੜਨ ਦੀ ਜਿਹੜੀ ਕ੍ਰੀਏਸ਼ਨ ਹੈ ਨਾ, ਬਾ ਕਮਾਲ ਹੈ। ਅੱਖਾਂ ਵਾਸਤੇ ਚੈੱਕ ਕਰਾਉਣ ਜਾਵਾਂਗੇ ਅਗਲੇ, ਪਹਿਲਾਂ ਕਹਿਣਗੇ ਇੰਨਾ ਖਰਚਾ ਹੋਣਾ ਹੈ, ਮਗਰ ਉਹਦੀ ਦਵਾਈ, ਉਹਦੇ ਲੈਂਸ, ਜੋ ਕੁਝ ਪੈਣਾ ਸਾਰਾ ਵੱਖਰਾ। ਜਿੰਨੇ ਤੈਨੂੰ ਦੁਨੀਆ ਵੇਖਣ, ਰੰਗ ਤਮਾਸ਼ੇ ਦੇਖਣ ਲਈ ਸਾਰਾ ਇਹ ਸਾਧਨ ਦਿੱਤਾ, ਉਹਨੇ 1 ਰੁਪਈਆ ਨਹੀਂ ਮੰਗਿਆ, ਮੁਫਤ ਵਿੱਚ ਸਭ ਕੁਝ ਦਿੱਤਾ ਗਿਆ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਕ। ਮਹਾਰਾਜ ਨੇ ਕਿਉਂ ਇਹ ਲਿਸਟਾਂ ਸਾਡੇ ਸਾਹਮਣੇ ਰੱਖੀਆਂ? ਕਿਆ ਥੋੜੀ ਬਾਤ ਗੁਮਾਨ, ਵੀ ਕਿਹੜੀ ਗੱਲ ਦਾ ਹੰਕਾਰ ਕਰਨਾ ਹੈ, ਤੇ ਦੱਸ ਜਰਾ ਤੇਰੀ ਘਾੜਤ ਕੀ, ਤੇਰਾ ਯੋਗਦਾਨ ਆਪਣੇ ਆਪ ਵਿੱਚ ਯੋਗਦਾਨ ਨਹੀਂ ਤੇਰਾ ਹੈਗਾ। ਦੂਜੇ ਨੂੰ ਬਣਾਉਣਾ, ਸੰਸਾਰ ਸਿਰਜਣਾ, ਇਹ ਜ਼ਿੰਮੇਵਾਰੀ ਚੱਕਣੀ, ਇਹ ਤੇ ਬਹੁਤ ਦੂਰ ਦੀਆਂ ਗੱਲਾਂ ਨੇ। ਤੂੰ ਆਪਣੇ ਬਾਰੇ ਦੱਸ ਦੇ, ਤੇਰਾ ਆਪਣਾ ਇਹਦੇ ਵਿੱਚ ਕੰਟਰੀਬਿਊਸ਼ਨ ਕੀ, ਆਪਣੇ ਆਪ ਦੇ ਵਿੱਚ ਤੇਰਾ ਯੋਗਦਾਨ ਕੀ ਹੋਏਗਾ। ਮਹਾਰਾਜ ਜੀ ਨੇ ਫਿਰ ਅੱਗੇ ਲਿਸਟ ਵਿੱਚ ਪਤਾ ਕੀ ਦੱਸਿਆ, ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ। ਇੱਕ ਬੇਨਤੀ ਕਰਾਂ ਸਾਧ ਸੰਗਤ ਜੀ, ਜਦੋਂ ਵੇਖੋ ਸੁਖਮਨੀ ਸਾਹਿਬ ਦੀ ਬਾਣੀ, ਮੈਨੂੰ ਲੱਗਦਾ ਹੈ ਮੇਰੀਆਂ ਭੈਣਾਂ ਮਾਤਾਵਾਂ ਨੇ ਜ਼ਿਆਦਾ ਪੜ੍ਹੀ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੇ ਬੜੇ ਲੰਮੇ ਲੰਮੇ ਸਮੇਂ ਬਾਣੀ ਪੜ੍ਹੀ ਜਾ ਰਹੀ ਹੁੰਦੀ ਹੈ, ਘਰਾਂ 'ਚ ਪੜ੍ਹੀ ਜਾ ਰਹੀ ਹੈ। ਇੰਨੀ ਕੁ ਤੁਕ ਵੇਖੋ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਨੇ ਤੈਨੂੰ ਬਣਾਇਆ, ਤੈਨੂੰ ਰੂਪ ਦਿੱਤਾ ਤੇ ਤੈਨੂੰ ਸ਼ਿੰਗਾਰ ਵੀ ਕਰਕੇ ਭੇਜਿਆ। ਹੁਣ ਲੋੜ ਪਏਗੀ ਸ਼ਿੰਗਾਰ ਦੀ। ਇਹ ਗੱਲ ਸਮਝ ਪੈ ਜਾਏ ਨਾ ਬੰਦੇ ਨੂੰ, ਕਾਮਨ ਪੱਧਰ ਤੇ ਲੋੜ ਨਹੀਂ ਰਹਿ ਜਾਂਦੀ, ਬਾਰੀ ਪੱਧਰ ਤੇ ਸਭ ਕੰਪਲੀਟ ਹੈ, ਕੁਝ ਵੀ ਅਧੂਰਾ ਨਹੀਂ ਹੈਗਾ। ਜਿਹਨੂੰ ਪੂਰਾ ਕਰਨ ਦੀ ਲੋੜ ਪਏ ਸਾਨੂੰ, ਪੂਰੇ ਕਾ ਕੀਆ ਸਭ ਕੁਝ ਪੂਰਾ, ਘੱਟ ਵੱਧ ਕੁਛ ਨਾ। ਇਹ ਵਿਸ਼ਵਾਸ ਹੈ ਕਰਤੇ ਦੇ ਉੱਤੇ, ਉਹਦੀ ਬਣਤਰ ਦੇ ਉੱਤੇ, ਕਿ ਪੂਰਾ ਨੇ ਜੋ ਬਣਾਇਆ ਨਾ, ਪੂਰਾ ਕੰਪਲੀਟ ਬਣਾਇਆ। ਮੈਨੂੰ ਘੱਟ ਵੱਧ ਘੱਟ ਕਰਨ ਦੀ ਲੋੜ ਹੀ ਕਿਉਂ ਪਵੇ? ਮੈਨੂੰ ਵਿਸ਼ਵਾਸ ਹੈ ਕਿ ਉਹਦੀ ਛੇਣੇ ਹਥੋੜੇ ਦੇ ਵਿੱਚ ਨਾ ਕੋਈ ਕਮੀ ਨਹੀਂ ਹੈਗੀ। ਬਹੁਤ ਚੰਗਾ ਰੂਪ ਦਿੱਤਾ ਹੈ। ਜਿਹਨੂੰ ਇਹ ਸਬਰ ਕਰਨਾ ਆ ਗਿਆ ਨਾ, ਆਪਣੇ ਰੰਗ ਰੂਪ, ਆਪਣੀ ਦਿੱਖ ਦੇ ਉੱਤੇ, ਜਿਹਨੂੰ ਅਸੀਂ ਕਹਿੰਦੇ ਹਾਂ ਸੈਲਫ ਰਿਸਪੈਕਟ, ਸਵੈਮਾਨ, ਇਹ ਕਰਨਾ ਆ ਗਿਆ, ਉਹ ਦੂਜਿਆਂ ਵੱਲ ਵੇਖ ਕੇ ਨਮੋਸ਼ੀ ਨਹੀਂ ਰੱਖੇਗਾ ਜੀ ਮੈਨੂੰ ਹੋਰ ਚੰਗਾ ਬਣਨ ਦੀ ਲੋੜ ਹੈ। ਜੋ ਹੈ ਜਿੱਦਾਂ ਹੈ, ਬਸ ਕਰਤੇ ਦੀ ਦਾਤ ਸਮਝ ਕੇ ਉਹਨੂੰ ਐਕਸੈਪਟ ਕਰ। ਇਤਿਹਾਸ ਵਿੱਚ ਲਿਖਿਆ, ਅਕਬਰ ਦੇ ਘਰ ਨਾ ਇੱਕ ਨੌਕਰਾਣੀ ਕੰਮ ਕਰਦੀ ਸੀ। ਬਥੇਰੀਆਂ ਜਿੱਥੇ ਨੌਕਰਾਨੀਆਂ ਹੁੰਦੀਆਂ ਨੇ, ਮਹਿਲ ਵੱਡੇ, ਰਾਜੇ ਮਹਾਰਾਜੇ, ਤੇ ਉਹਦੇ ਘਰ ਪੁੱਤਰ ਦਾ ਜਨਮ ਹੋਇਆ ਅਕਬਰ ਦੇ। ਉਹਨੇ ਇੱਕ ਵਾਰ ਇਹ ਗੱਲ ਤੁਰਦਿਆਂ ਤੁਰਦਿਆਂ ਕਹੀ, ਉਹ ਕਹਿੰਦਾ ਦੁਨੀਆ ਦੇ ਵਿੱਚ ਨਾ ਮੇਰੇ ਪੁੱਤਰ ਵਰਗਾ ਕੋਈ ਪੋਤੀ ਨਹੀਂ ਹੈਗਾ, ਮੇਰੀ ਔਲਾਦ ਵਰਗਾ ਲੱਭਣਾ ਹੀ ਨਹੀਂ ਹੈ। ਉਹ ਜਿਹੜੀ ਕੰਮ ਕਰ ਰਹੀ ਸੀ ਨਾ, ਉਹਨੇ ਅਕਬਰ ਨੂੰ ਆਖਿਆ, ਅਕਬਰ ਨੂੰ ਉਹ ਕਹਿੰਦੀ ਏਡਾ ਗਰੂਰ ਨਹੀਂ,
ਇੰਨਾ ਮਾਣ ਨਹੀਂ। ਬਹੁਤ ਕੁਝ ਹੈ ਕਾਦਰ ਦੇ ਘਰ, ਖੁਦਾ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਉਹ ਕਹਿੰਦਾ ਹੋ ਹੀ ਨਹੀਂ ਸਕਦਾ, ਕਹਿੰਦੀ ਦੇਖ ਲਾਂਗੇ। ਉਹ ਗਈ ਤੇ ਉਹ ਲੱਭਦੀ ਪਿੰਡਾਂ ਜਾ ਕੇ ਬੱਚਿਆਂ ਦੇ ਚਿਹਰੇ ਚੈੱਕ ਕਰਦੀ ਹੈ, ਉਹ ਬੱਚਿਆਂ ਦੇ ਹੁਸਨ ਚੈੱਕ ਕਰ ਰਹੀ, ਉਹਨਾਂ ਦੇ ਨੈਣ ਨਕਸ਼ ਵੇਖ ਰਹੀ ਹੈ। ਬੱਚਿਆਂ ਨੂੰ ਵੇਖਦਿਆਂ ਵਿਖਾਉਂਦਿਆਂ ਜਦੋਂ ਥੱਕ ਗਈ ਨਾ, ਸ਼ਾਮੀ ਘਰ ਆਈ ਤੇ ਉਹਦਾ ਆਪਣਾ ਬੱਚਾ ਪੰਘੂੜੇ ਦੇ ਵਿੱਚ ਪਿਆ, ਉਹ ਹੈ ਰੰਗ ਦਾ ਕਾਲਾ ਸੀ, ਉਹ ਰੋ ਰਿਹਾ ਸੀ। ਉਹਨੇ ਆਂਦੇ ਉਹਨੂੰ ਚੱਕਿਆ, ਛਾਤੀ ਨਾਲ ਲਾਇਆ, ਪਿਆਰ ਕੀਤਾ ਤੇ ਢੱਕ ਕੇ ਨਾ ਉਹਨੂੰ ਰਾਜੇ ਦੇ ਦਰਬਾਰ ਗਈ। ਉਹ ਕਹਿੰਦਾ ਲੱਭਿਆ? ਕਹਿੰਦੀ ਬਿਲਕੁਲ, ਬਹੁਤ ਬੱਚਾ ਸੋਹਣਾ ਸੁਨੱਖਾ ਲੱਭਿਆ। ਤੇ ਜਦੋਂ ਕੱਪੜਾ ਚੁੱਕਿਆ ਉਹ ਕਹਿੰਦਾ ਇਹਦੀ ਬਰਾਬਰੀ ਮੇਰੇ ਪੁੱਤ ਨਾਲ ਕਿੱਥੇ, ਤੇ ਕਾਲਾ ਸ਼ਾਹ ਇੱਕਦਮ। ਤੇ ਉਹ ਉਸ ਔਰਤ ਨੇ, ਉਸ ਮਾਂ ਨੇ ਪਤਾ ਕੀ ਕਿਹਾ? ਉਹ ਕਹਿੰਦੀ ਅਕਬਰ ਮੇਰੀਆਂ ਅੱਖਾਂ ਲੈ ਕੇ ਵੇਖ, ਤੈਨੂੰ ਇਹੀ ਚੰਗਾ ਲੱਗਣਾ, ਤੈਨੂੰ ਇਹੀ ਚੰਗਾ ਲੱਗਣਾ। ਇਸੇ ਕਰਕੇ ਬਾਣੀ 'ਚ ਕਿਹਾ ਗਿਆ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਉਹਦੀ ਨਿਗਾਹ ਦੇ ਵਿੱਚ ਅਸੀਂ ਖੂਬਸੂਰਤ ਹੀ ਹਾਂ, ਉਹਦੀ ਪੈਦਾਇਸ਼ ਆ, ਉਹਨੇ ਪੈਦਾ ਕੀਤਾ, ਉਹਦੀ ਚੁਆਇਸ ਹੈ। ਔਰਤ ਕਹਿੰਦੀ ਮੈਂ ਇਹਨੂੰ ਢਿੱਡੋਂ ਜੰਮਿਆ, ਮੇਰੀ ਨਿਗਾਹ ਲੈ ਕੇ ਤੂੰ ਵੇਖ, ਦੁਨੀਆ ਦੇ ਵਿੱਚ ਤੈਨੂੰ ਇੱਕ ਸੋਹਣਾ ਕੋਈ ਵੇਖਣਾ ਹੀ ਨਹੀਂ, ਤੇਰੀ ਨਿਗਾਹ 'ਚ ਤੇਰਾ ਪੁੱਤ ਵੀ ਇਦਾਂ ਹੀ ਦਿਖਦਾ ਹੋਏਗਾ, ਹਰੇਕ ਨੂੰ ਇਦਾਂ ਦਿਖਦਾ। ਸੋ ਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਤੁਸੀਂ ਇਸ ਨਿਗਾਹ ਨਾਲ ਦੇਖੋਗੇ ਨਾ ਕਿ ਕਰਤਾ ਘਾੜਤ ਕਰਨ ਵਾਲਾ ਕ੍ਰੀਏਟਰ ਹੈ ਔਰ ਤੂੰ ਦੀ ਉਮਤ ਹੈ, ਬਣਾਈ ਹੋਈ ਮੂਰਤ ਹੈ, ਤੂੰ ਕਦੀ ਵੀ ਇੱਥੇ ਬੇਭਰੋਸਗੀ ਨਾਲ ਨਹੀਂ ਚੱਲੇਗਾ। ਤੈਨੂੰ ਇੱਕ ਯਕੀਨ ਜਿਹਾ ਵੱਜੇਗਾ ਕਿ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਲ ਵਿਵਸਥਾ ਤੁਝੇ ਪਿਆਰੇ ਦੂਧ, ਪਹਿਲੋਂ ਦਿੱਤਾ ਰਿਜ਼ਕ ਸੰਭਾਹਾ। ਗੈਸਟ ਦੇ ਆਉਣ ਤੋਂ ਪਹਿਲਾਂ ਫਿਕਰ ਹੈ ਨਾ ਘਰ ਵਾਲਿਆਂ ਨੂੰ ਵੀ ਘਰ ਕਿਸੇ ਪ੍ਰਾਹੁਣੇ ਨੇ ਆਉਣਾ, ਉਹਦੇ ਲਈ ਡਾਈਟ ਕਿਹੜੀ ਚਾਹੀਦੀ ਹੈ, ਰਹੇਗਾ ਕਿੱਥੇ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਉਂਦਿਆਂ ਸਾਰੀ ਬੱਚੇ ਨੂੰ ਦੁੱਧ ਪ੍ਰੋਵਾਈਡ ਕਰਤੇ ਵਾਹਿਗੁਰੂ ਵੱਲੋਂ ਹੀ ਦਿੱਤਾ ਗਿਆ ਇਸ ਘਰ ਦੇ ਵਿੱਚ ਆਉਂਦਿਆਂ ਸਾਰੀ, ਕਿਉਂਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਹਦਾ ਘਰ ਹੈ, ਉਹ ਇਹਦਾ ਮਾਲਕ ਹੈ। ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਓ, ਦੁਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਹੋ, ਉਹ ਮਾਲਕ ਹੈ ਇਸ ਘਰ ਦਾ। ਗੁਰੂ ਮਹਾਰਾਜ ਕਹਿੰਦੇ ਨੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ में जिने उबारिया, बाल व्यवस्था तुझे प्यारे दूध, ਭਰ ਜੋਬਨ ਭੋਜਨ ਸੁਖ ਸੂਦ। ਜੇ ਤੂੰ ਅਡਲਟ ਹੋਏਗਾ ਨਾ, ਉਹ ਘਰ ਦੇ ਮਾਲਕ ਨੂੰ ਚਿੰਤਾ ਹੈ ਕਿ ਹੁਣ ਇਹ ਗੈਸਟ ਦਾ ਰੂਪ ਚੇਂਜ ਹੋ ਗਿਆ, ਹੁਣ ਇਹਦੀ ਖੁਰਾਕਾਂ ਹੋਰ ਚਾਹੀਦੀਆਂ। ਹੁਣ ਉੱਥੇ ਮਹਾਰਾਜ ਕਹਿੰਦੇ ਨੇ ਜੈ ਪ੍ਰਸਾਦ 36 ਅੰਮ੍ਰਿਤ ਖਾਹੇ, ਢੇਰ ਲਾਤੇ ਉਹਨੇ ਤੇਰੇ ਅੱਗੇ, ਉਹਦੇ ਘਰ ਕਮੀ ਥੋੜਾ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਸੋ ਮਹਾਰਾਜ ਨੇ ਇੱਥੇ ਨਹੀਂ ਗੱਲ ਰੋਕੀ, ਉਹ ਕਹਿੰਦੇ ਬਿਰਧ ਭਇਆ ਉੱਪਰ ਸਾਥ ਸਹਿ, ਜੇ ਉਹਦਾ ਹੁਣ ਰੂਪ ਚੇਂਜ ਹੋਇਆ, ਬਿਰਧ ਹੋ ਗਿਆ, ਤੇ ਉੱਥੇ ਕੀ ਹੋਏਗਾ? ਉੱਥੇ ਵੀ ਫਿਕਰ ਉਸ ਘਰ ਵਾਲੇ ਨੂੰ ਹੈ, ਉਸ ਗੈਸਟ ਦੀ। ਬਿਰਧ ਭਇਆ ਉੱਪਰ ਸਾਥ ਸਹਿਨ, ਸਾਥ ਸਹਿਨ ਦਾ ਅਰਥ ਰਿਸ਼ਤੇਦਾਰ ਖੜੇ ਕਰਤੇ ਨੇ। ਉਹ ਕਹਿੰਦਾ ਫਿਕਰ ਹੀ ਨਾ ਕਰੀ, ਧੀ ਪੁੱਤ ਔਲਾਦ ਰਿਸ਼ਤੇਦਾਰ ਨੇੜਤਾ ਵਾਲੇ ਮੈਂ ਤੇਰੇ ਕੋਲ ਟੁਕਾ ਦਵਾਂਗਾ। ਬਿਰਧ ਭਇਆ ਉੱਪਰ ਸਾਥ ਸਹਿਨ, ਮੁਖ ਪਿਆਓ ਬੈਠ ਕੋ ਦੈਨ, ਬੈਠੇ ਬਿਠਾਇਆਂ ਦੇ ਮੂੰਹ ਦੇ ਵਿੱਚ ਬੁਰਕੀ ਪਾਉਣ ਲਈ ਪ੍ਰਬੰਧ ਉਹੀ ਕਰੇਗਾ ਸਾਰਾ। ਯਕੀਨ ਹੈ, ਵੇਖੋ ਗੁਰੂ ਮਹਾਰਾਜ ਇੱਕ ਭਰੋਸਗੀ ਦੇ ਰਹੇ, ਇੱਕ ਯਕੀਨ ਬਣਾ ਰਹੇ ਨੇ। ਇਸੇ ਕਰਕੇ ਬਾਣੀ ਕਹਿੰਦੀ ਨਾ ਚਿੰਤਾ ਮਤ ਕਰੋ। ਉਦਾਂ ਤੇ ਬਾਣੀ ਕਹਿੰਦੀ ਹੈ ਵੀ ਤੁਸੀਂ ਉਪਰਾਲਾ ਕਰੋ, ਉਦਮ ਕਰਿੰਦੇ ਆ ਜੀਓ ਤੂੰ ਕਮਾਉਂਦੇ ਆ ਸੁਖ ਪੁੰਜ, ਤੇ ਦੂਜੇ ਪਾਸੇ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀਏ। ਇਹ ਆਪੋਜ਼ਿਟ ਗੱਲਾਂ ਨਹੀਂ ਹੈਗੀਆਂ। ਇੱਕ ਪਾਸੇ ਮਹਾਰਾਜ ਕਹਿੰਦੇ ਉਦਮੀ ਬਣ ਉਪਰਾਲਾ ਕਰ, ਮਸ਼ੱਕਤ ਘਾਲਣਾ ਚ ਕੋਈ ਢਿੱਲ ਨਹੀਂ ਪੈਣੀ ਚਾਹੀਦੀ, ਤੇ ਦੂਸਰੇ ਪਾਸੇ ਮਹਾਰਾਜ ਕਹਿੰਦੇ ਨੇ ਫਿਕਰ ਕਾਦੀ, ਚਿੰਤਾ ਕਾਦੀ। ਉੱਥੇ ਭਾਵ ਹੈ ਬੇਭਰੋਸਗੀ ਕਾਦੀ। ਜਿੰਨੇ ਤੇਰੇ ਆਉਣ ਤੋਂ ਪਹਿਲਾਂ ਇੰਨੇ ਪ੍ਰਬੰਧ ਕਰਕੇ ਰੱਖੇ ਨੇ, ਮਾਂ ਬਾਪ ਘਰ ਬਾਰ ਹਵਾ ਪਾਉਣ ਪਾਣੀ ਸਾਰਾ ਪ੍ਰਬੰਧ ਉਹਨੇ ਤੇਰੇ ਆਉਣ ਤੋਂ ਪਹਿਲਾਂ ਕੀਤਾ ਹੈ। ਇੰਨੀ ਬੇਭਰੋਸਗੀ ਇੱਥੇ ਆ ਕੇ, ਇੰਨੀ ਫਿਕਰ, ਇੰਨੀ ਚਿੰਤਾ। ਇੱਥੇ ਸਾਰਾ ਕੁਝ ਤੇਰੇ ਲਈ ਪ੍ਰੋਵਾਈਡ ਹੋਇਆ। ਉਦਮ ਕਰ, ਉਪਰਾਲਾ ਕਰ, ਤੇ ਛੱਕ ਹੰਢਾ ਤੇ ਵੰਡ ਵੀ ਸਕਦਾ। ਘਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇੱਥੇ ਤੋੜ ਥੋੜਾ ਹੁੰਦੀ, ਘਾਟਾ ਥੋੜਾ ਪੈਂਦਾ ਕਿਸੇ ਚੀਜ਼ ਦਾ। ਇੱਥੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ।
ਇੱਥੇ ਮਹਾਰਾਜ ਕਹਿੰਦੇ ਨੇ ਦਿੰਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਇੱਥੇ ਖਾਣ ਵਾਲੇ ਥੱਕ ਜਾਣਗੇ, ਬਦਲ ਜਾਣਗੇ, ਦੇਣ ਵਾਲਾ ਨਾ ਬਦਲਦਾ, ਨਾ ਉਹਦੀਆਂ ਦਾਤਾਂ ਦੇ ਵਿੱਚ ਘਾਟ ਕਮੀ ਆਉਂਦੀ ਹੈ। ਬਿਰਧ ਪਿਆਓ ਪ੍ਰਸਾਦ ਸੈਨ, ਮੁਖ ਅਪਿਆਓ ਬੈਠ ਕੋ ਦੈਣ, ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਮਹਾਰਾਜ ਕਹਿੰਦੇ ਏਡਾ ਨਿਰਗੁਣ ਹੈ, ਇਹ ਉਹਦੇ ਪਰਉਪਕਾਰਾਂ ਨੂੰ ਜਾਣਦਾ ਹੀ ਨਹੀਂ, ਪਰ ਉਹ ਲਾਮੇ ਦੇ ਕੇ ਕਹਿੰਦਾ ਉਹਨੇ ਮੇਰੇ ਲਈ ਕੀ ਕੀਤਾ। ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਮਹਾਰਾਜ ਕਹਿੰਦੇ ਨੇ ਬਖਸ਼ ਲਿਓ ਤੋ ਨਾਨਕ ਸੀਜੈ। ਇੱਕ ਚਾਂਸ ਦਿਓ ਇਹਨੂੰ, ਇੱਕ ਮੌਕਾ ਦਿਓ, ਇਹਨੂੰ ਸਮਝ ਆ ਜਾਵੇ। ਇਹਨੂੰ ਗੁਰੂ ਦੇ ਗਿਆਨ ਦੀ, ਸੋਝੀ ਦੀ, ਵਿਚਾਰ ਦੀ ਲੋੜ ਹੈ। ਇਹਨੂੰ ਪਤਾ ਹੀ ਨਹੀਂ ਹੈਗਾ ਅਸਲ ਦੇ ਵਿੱਚ। ਸਾਡੇ ਲਈ ਵੇਖੋ ਮਹਾਰਾਜ ਕਿਵੇਂ ਤਰਲਾ ਪਾ ਕੇ ਰੱਬ ਅੱਗੇ ਕਹਿ ਰਹੇ ਨੇ, ਇਹ ਨਿਰਗੁਣ ਗੁਣ ਕਛੂ ਨਾ ਬੁਝੈ। ਮਹਾਰਾਜ ਕਹਿੰਦੇ ਨੇ ਬਖਸ਼ ਲਿਓ, ਔਲਾਦ ਹੈ ਤੁਹਾਡੀ, ਬਖਸ਼ ਦਿਓ ਇਹਨੂੰ ਤੋ ਨਾਨਕ ਸੀਜੈ। ਸੋ ਅੱਜ ਦੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਕੁਮਾਰ। ਇਸ ਨਿੱਕੀ ਜੀ ਗੱਲ ਦਾ ਮਾਣ ਗੁਮਾਨ ਕਿਹੜੀ ਗੱਲੋਂ। ਇਸ ਕਰਕੇ ਤੇਰਾ ਫਰਜ਼ ਬਣਦਾ ਹਰ ਗੁਣ ਗਾਓ ਮਨਾ। ਹੇ ਮੇਰੇ ਮਨ, ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ, ਉਹਦੇ ਅਹਿਸਾਨ ਚਿੱਤੇ ਕਰ, ਉਹਦੇ ਪਰਉਪਕਾਰ ਚਿੱਤੇ ਕਰ, ਉਹਦੇ ਆਪਣੇ ਸ਼ੁਭ ਗੁਣ ਉਹ ਆਪਣੇ ਮੰਥਨ ਦਾ ਹਿੱਸਾ ਬਣਾ। ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ। ਸਤਿਗੁਰ ਦੀ ਸੇਵ ਭਾਵਨੀ ਦੇ ਵਿੱਚ ਇਹ ਕਾਰਜ ਕਰ। ਹੁਣ ਮਹਾਰਾਜ ਜੀ ਨੇ ਇਸ ਗੱਲ ਨੂੰ ਵਿਸਥਾਰ ਚ ਖੋਲਦਿਆਂ ਹੋਇਆਂ ਉਦਾਹਰਨਾਂ ਦਿੱਤੀਆਂ। ਮਹਾਰਾਜ ਕਹਿੰਦੇ ਨੇ ਗੋਇਲ ਆਇਆ ਗੋਇਲੀ ਕਿਆ ਤਿਸ ਡੰਭ ਪਸਾਰ। ਪੁਰਾਤਨ ਵਕਤ ਜਿਹੜੇ ਗੋਇਲ ਹੁੰਦੇ ਸਨ ਨਾ, ਡੰਗਰ ਮੱਝਾਂ ਗਾਵਾਂ ਰੱਖਣ ਵਾਲੇ, ਜਿਨ੍ਹਾਂ ਨੂੰ ਅਸੀਂ ਗਵਾਲੇ ਕਹਿ ਦਿੰਦੇ ਹਾਂ, ਜਦੋਂ ਓੜ ਦੇ ਸਮੇਂ ਪੈਂਦੇ ਸਨ ਤੇ ਉਹਨਾਂ ਨੇ ਵੇਖਣਾ ਕਿ ਜਿਹੜੇ ਦਰਿਆਵਾਂ ਦੇ ਕਿਨਾਰਿਆਂ ਤੇ ਨਾ ਹਰੀ ਹਰੀ ਘਾਹ ਹੋਣੀ। ਉਹਨਾਂ ਨੇ ਆਪਣੇ ਮਾਲ ਡੰਗਰ ਲੈ ਜਾਣੇ, ਕੋਹਾਂ ਦੂਰ ਤੁਰਨਾ ਪੈਂਦਾ ਸੀ ਉਹਨਾਂ ਨੂੰ, ਬਹੁਤ ਦੂਰ ਤੱਕ ਆਪਣੇ ਮਾਲ ਡੰਗਰ ਲੈ ਜਾਣੇ। ਉਹਨਾਂ ਨੇ ਸਫ਼ਰ ਕਰਨਾ, ਉੱਥੇ ਉਹਨਾਂ ਨੇ ਟੈਂਟ ਗੱਡ ਲੈਣੇ, ਰਿਹਾਇਸ਼ ਬਣਾ ਲੈਣੀ, ਹੌਲੀ ਹੌਲੀ ਮਾਲ ਡੰਗਰਾਂ ਲਈ ਉੱਥੇ ਕਿੱਲੇ ਗੱਡ ਲੈਣੇ, ਕਿਉਂਕਿ ਉਹਨਾਂ ਨੂੰ ਪਤਾ ਓੜਕ ਦਾ ਵਕਤ ਹੈ, ਇੰਨੇ ਟਾਈਮ ਲਈ ਇੱਥੇ ਹਰਿਆਲੀ ਰਹੇਗੀ ਤੇ ਸਾਡੇ ਮਾਲ ਡੰਗਰ ਚੱਲਦੇ ਰਹਿਣਗੇ। ਮਹਾਰਾਜ ਉਹਨਾਂ ਦੀ ਉਦਾਹਰਣ ਦੇ ਰਹੇ ਨੇ, ਕਹਿੰਦੇ ਨੇ ਗੋਇਲ ਜਿਹੜਾ ਗਵਾਲਾ ਹੈ, ਗੋਇਲ ਆਇਆ ਗੋਇਲੀ, ਦਰਿਆਵਾਂ ਦੇ ਕਿਨਾਰਿਆਂ ਤੇ ਆ ਕੇ ਵਸ ਗਏ। ਗੋਇਲ ਆਇਆ ਗੋਇਲੀ। ਮਹਾਰਾਜ ਕਹਿੰਦੇ ਕਿਆ ਤਿਸ ਡੰਭ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਕਰ ਬਾਰ। ਉਸ ਗਵਾਲੇ ਨੂੰ ਚੰਗਾ ਲੱਗੇਗਾ ਕਿ ਉਹ ਉੱਥੇ ਥੋੜੇ ਚਿਰ ਲਈ ਗਿਆ ਹੈ ਤੇ ਉਹਨੂੰ ਵਾਪਸ ਪਰਤਣਾ ਹੀ ਭੁੱਲ ਜਾਵੇ। ਉਹਨੂੰ ਇਹੀ ਭੁੱਲ ਜਾਏ ਮੈਂ ਆਇਆ ਕਿਉਂ ਆ, ਮੈਂ ਆਇਆ ਕਿੱਥੋਂ ਆ, ਮੈਂ ਜਾਣਾ ਕਿੱਥੇ, ਭੁੱਲ ਹੀ ਜਾਏਗਾ, ਉੱਥੇ ਹੀ ਰਹਿ ਜਾਏ। ਮਹਾਰਾਜ ਕਹਿੰਦੇ ਨੇ ਉਹ ਸੋਭਦੀ ਨਹੀਂ ਇਹ ਗੱਲ। ਕਿਆ ਤਿਸ ਡੰਭ ਪਸਾਰ, ਉੱਥੇ ਉਹ ਪਸਾਰਾ ਪਸਾਰੇ ਲੋਕਾਂ ਨੂੰ ਕਵੇ ਆ ਸਾਰੀ ਜ਼ਮੀਨ ਹੀ ਆਪਣੀ ਹੈ, ਇਹ ਸਾਰਾ ਇਲਾਕਾ ਤੇ ਖਿੱਤਾ ਦਾਅਵੇ ਕਰਦਾ ਫਿਰੇ। ਮਹਾਰਾਜ ਕਹਿੰਦੇ ਨੇ ਇਹਦੇ ਚ ਤੇਰਾ ਕੀ ਹੈ, ਪਰਤਣਾ ਪਏਗਾ ਤੈਨੂੰ, ਇੱਥੇ ਦਾ ਇੱਥੇ ਧਰਿਆ ਰਹਿ ਜਾਣਾ, ਕਿਨਾਰਾ ਦਰਿਆਵਾਂ ਦਾ। ਮੋਹਲਤ ਪੁੰਨੀ ਚੱਲਣਾ, ਮੋਹਲਤ ਕਹਿੰਦੇ ਨੇ ਮਿਲਿਆ ਹੋਇਆ ਵਕਤ ਸਮਾਂ। ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਬੰਦਿਆ ਚੇਤੇ ਰੱਖ, ਇਹ ਸਿੱਖਣ ਵਾਲੀ ਗੱਲ ਸੀ ਤੇਰੇ ਲਈ ਬੜੀ ਵੱਡੀ। ਇੱਥੇ ਤੂੰ ਰਹਿ, ਤੈਨੂੰ ਮੌਕਾ ਮਿਲਿਆ, ਪਰ ਕਿਉਂ ਆਇਆ ਇਹ ਧਿਆਨ 'ਚ ਰੱਖ, ਕਿੱਥੇ ਪਰਤਣਾ ਹੈ ਇਹ ਧਿਆਨ ਵਿੱਚ ਰੱਖ। ਵੇਖੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਨਾ ਬਾਣੀ ਦੇ ਵਿੱਚ 63 ਸ਼ਲੋਕ ਨੇ, 63 ਸ਼ਲੋਕ, ਸ਼ਬਦ ਨਹੀਂ ਹੈ ਮਹਾਰਾਜ ਜੀ ਦਾ ਕੋਈ ਕਿਸੇ ਰਾਗ ਦੇ ਵਿੱਚ, ਸ਼ਲੋਕ ਨੇ ਕੇਵਲ। ਕੁਝ ਆਸਾ ਕੀ ਵਾਰ ਦੇ ਤੁਸੀਂ ਸ਼ਰਵਣ ਕਰਦੇ ਹੋ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਚਾਕਰ ਲੱਗੇ ਚਾਕਰੀ ਨਾਲੇ ਗਾਰ ਬਾਦ, ਗੱਲਾਂ ਕਰੇ ਕਲੇ ਮਹਿਲਾ ਦੂਜਾ। 15 ਸ਼ਲੋਕ ਨੇ ਆਸਾ ਕੀ ਵਾਰ ਦੇ ਵਿੱਚ। ਇਦਾਂ 63 ਸ਼ਲੋਕ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ। ਉੱਥੇ ਇੱਕ ਸ਼ਲੋਕ ਹੁੰਦਾ, ਮਹਾਰਾਜ ਕਹਿੰਦੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਜਿਨ੍ਹਾਂ ਨੂੰ ਇਹ ਖਿਆਲ ਹੁੰਦਾ ਨਾ ਕਿ ਇਹ ਸਭ ਕੁਝ ਮੇਰੇ ਤੋਂ ਪਹਿਲਾਂ ਵੀ ਕਿਸੇ ਨੇ ਯੂਜ਼ ਕੀਤਾ ਹੈ, ਮੈਂ ਯੂਜ਼ ਵਾਲੀਆਂ ਚੀਜ਼ਾਂ ਹੀ ਹੁਣ ਵਰਤ ਰਿਹਾ ਹਾਂ, ਮੇਰੇ ਤੋਂ ਪਹਿਲਾਂ ਵੀ ਬਹੁਤ ਨੇ ਵਰਤੀਆਂ ਨੇ। ਹੁਣ ਤੁਸੀਂ ਵੇਖੋ ਜਿਹੜਾ ਘਰ ਆਪਾਂ ਲਿਆ ਹੁੰਦਾ ਜ਼ਮੀਨ ਤੇ ਉਹੀ ਹੈ ਨਾ, ਸਦੀਆਂ ਪਹਿਲਾਂ, ਹਜ਼ਾਰਾਂ ਸਾਲਾਂ ਪਹਿਲਾਂ ਜਾਓ ਉੱਥੇ ਕਿੰਨੇ ਲੋਕ ਰਹਿ ਕੇ ਗਏ। ਜਿਸ ਆਸਨ ਹਮ ਬੈਠੇ ਕਿਤੇ ਬੈਸ ਗਏ, ਕਿੰਨਾ ਕੁਝ ਯੂਜ਼ ਹੀ ਤਾਂ ਹੋਇਆ ਹੋਇਆ। ਅਸੀਂ ਸਾਰਾ ਕੁਝ ਯੂਜ਼ ਵਾਲੇ ਯੂਜ਼ ਕਰ ਰਹੇ ਹੁੰਦੇ, ਵਰਤਿਆ ਹੰਡਿਆ ਹੋਇਆ ਆਲਰੇਡੀ, ਕਿੰਨੇ ਕਿੰਨੇ ਵਰਤ ਕੇ ਚਲੇ ਗਏ। ਮਹਾਰਾਜ ਕਹਿੰਦੇ ਨੇ
ਜਿੰਨੀ ਚੱਲਣ ਜਾਣਿਆ, ਜਿਨ੍ਹਾਂ ਨੂੰ ਇਹ ਗੱਲ ਦਾ ਪਤਾ ਹੈ, ਸੇ ਕਿਉਂ ਕਰੇ ਵਿਥਾਰ। ਬਹੁਤੇ ਲੰਮੇ ਚੌੜੇ ਖਲਾਰਿਆਂ 'ਚ ਥੋੜਾ ਪੈਂਦੇ ਨੇ। ਇੱਥੇ ਤਾਂ ਸਾਡੇ ਤ੍ਰੈ ਮਣ ਦੇਹੁਰੀ, ਸਾਡੇ ਤ੍ਰੈ ਮਣ ਪਤਾ ਕਿਉਂ ਆਖਿਆ? ਹਰ ਸਰੀਰ ਸਾਡੇ 3 ਮਣ ਦੇ ਹਿਸਾਬ ਨਾਲ ਹੁੰਦਾ ਹੈ। ਭਾਵੇਂ ਛੋਟਾ ਕੱਦ ਹੈ, ਕੋਈ ਲੰਬੇ ਕੱਦ ਹੈ। ਜਦੋਂ ਅਖੀਰ ਥਾਂ ਲੈਣੀ ਹੈ ਨਾ, ਉਨੀ ਕੋਈ ਆਉਂਦੀ ਹੈ, ਉਨੀ ਕੋਈ ਬਸ ਸੰਸਕਾਰ ਲਈ ਤੇ ਜਾਂ ਕੋਈ ਦਫਨਾ ਵੀ ਦੇਵੇ, ਉਨੀ ਕੋਈ ਬਸ। ਉਹ ਵੀ ਪਲਬਰ ਦੀ ਖੇਡ ਆ, 2-4 ਘੰਟੇ ਬਾਅਦ ਉਹ ਵੀ ਵਿਹਲੀ ਕਰ ਦਿੰਦਾ ਬੰਦਾ। ਉਸੇ ਥਾਂ ਤੇ ਹਜ਼ਾਰਾਂ ਬੰਦੇ ਅਗਨ ਭੇਟ ਹੋਏ ਹੁੰਦੇ। ਸੋ ਮਹਾਰਾਜ ਆਖਦੇ ਨੇ, ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਪਸਾਰ, ਮੋਹਲਤ ਪੁੰਨੀ ਚਰਣਾ ਤੂੰ ਸੰਮਲ ਕਰ ਬਾਰ, ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ ਰਹਾਓ। ਅਗਲੀ ਉਦਾਹਰਣ ਹੈ, ਮਹਾਰਾਜ ਕਹਿੰਦੇ ਨੇ, ਜੈਸੇ ਰਹਿਣ ਪਰੌਣੇ ਉੜ ਚਲਸੇ ਪ੍ਰਭਾਤ। ਜਿਹੜੇ ਪ੍ਰਾਹੁਣੇ ਨੇ ਨਾ, ਗੈਸਟ ਨੇ, ਉਹ ਆਉਣ ਹੰਡਾਣ ਵਰਤਨ ਘਰ ਵਾਲੇ ਜੋ ਦੇ ਰਹੇ ਨੇ, ਪਰ ਉਹ ਮਨ ਮਾਰਨ ਦੀ ਕੋਸ਼ਿਸ਼ ਨਾ ਕਰਨ। ਵੈਸੇ ਏਦਾਂ ਸਾਡੇ ਘਰ ਆਇਆ ਕੋਈ ਗੈਸਟ ਇਦਾਂ ਕਰਦਾ ਥੋੜਾ, ਉਹ ਇਹ ਥੋੜਾ ਕਹੇਗਾ 4 ਦਿਨ ਲਈ ਗੈਸਟ ਹੁੰਦਾ ਹੈ। ਉਹ ਉਹਦੇ ਮਾਈਂਡ ਵਿੱਚ ਇਹ ਗੱਲ ਹੁੰਦੀ ਹੈ, ਉਹਨੇ ਕੋਈ ਕੱਪੜੇ ਕੈਰੀ ਕਰਕੇ ਆਉਂਦਾ, ਨੂੰ ਪਤਾ ਬਸ ਹਫਤੇ ਕੁ ਲਈ ਚੱਲੇ ਆ ਆਪਾਂ। ਉਹਨੇ ਕੋਈ ਟਾਈਮ ਦੀ ਛੁੱਟੀਆਂ ਵਕੇਸ਼ਨ ਕੱਟਣ ਆਉਂਦੇ, ਉਹਨਾਂ ਨੂੰ ਪਤਾ ਸੀ ਜਾਣਾ ਹੈ ਬੈਕ। ਜਿਹੜਾ ਕਮਰਾ ਪ੍ਰੋਵਾਈਡ ਕੀਤਾ, ਉਹ ਇਹ ਨਹੀਂ ਕਹਿੰਦੇ ਇਹ ਕਿਉਂ ਛੱਡੀਏ ਆਪਾਂ। ਜਿਹੜੇ ਸੋਫੇ ਵਰਤੇ ਨੇ, ਜਿਹੜੇ ਭਾਂਡੇ ਵਰਤੇ ਨੇ, ਉਹ ਸਾਰਾ ਕੁਝ ਇਕੱਠਾ ਕਰਨ ਲੱਗ ਪਏ ਨੇ, ਨਾਲ ਹੀ ਲੈ ਕੇ ਜਾਣਾ ਅਸੀਂ ਤਾਂ। ਘਰ ਵਾਲੇ ਹੱਸ ਕੇ ਕਹਿਣਗੇ, ਪ੍ਰਾਹੁਣੇ ਹੋ, ਅਸੀਂ ਤੁਹਾਡਾ ਜਿੰਨਾ ਅਦਬ ਕਰ ਸਕੇ, ਜਿੰਨੀ ਖਾਤਰਦਾਰੀ ਕਰ ਸਕੇ, ਜਿੰਨਾ ਸਾਡੇ ਕੋਲ ਹੋਇਆ ਤੁਹਾਡੇ ਲਈ, ਅਸੀਂ ਸਾਰਾ ਕੁਝ ਵੱਧ ਕੀਤਾ ਹੈ। ਤੁਹਾਡੇ ਤੋਂ ਪਹਿਲਾਂ ਵੀ ਬੜੇ ਰਿਸ਼ਤੇਦਾਰ ਆਏ ਨੇ, ਪਰ ਕਿਸੇ ਨੇ ਇਦਾਂ ਥੋੜਾ ਸੋਚਿਆ ਆਪਾਂ ਭਾਂਡੇ ਲੈ ਹੀ ਜਾਈਏ ਨਾਲ। ਇਹ ਸੋਫੇ ਤੇ ਬੈੱਡ ਚੱਕ ਲਈ ਪ੍ਰਾਹੁਣੇ ਨੇ ਨਾ, ਕੋਈ ਨਾਲ ਥੋੜਾ ਜਿਹਾ ਲੈ ਕੇ ਜਾਂਦਾ। ਮਹਾਰਾਜ ਕਹਿੰਦੇ ਨੇ, ਬਸ ਤੇਵ ਕੜੇ ਦਿਨ ਚਾਰੈ, ਸੌਰੜੇ ਜਾਨਾ ਅੰਧਾ ਲੋਕ ਨਾ ਜਾਣੇ, ਮੂਰਖ ਮਹਿਮਾਨਾ। ਇਹ ਤੇ ਉਸ ਮਹਿਮਾਨ ਦੀ ਮੂਰਖਤਾ ਹੀ ਹੋਏਗੀ ਨਾ, ਜਿਹੜਾ ਕਹੇਗਾ ਨਾਲ ਵੀ ਜਾਂਦਾ ਕੁਝ। ਮਹਾਰਾਜ ਕਹਿੰਦੇ ਕੁਝ ਨਹੀਂ ਜਾਂਦਾ ਇੱਥੇ। ਕਬੀਰ ਸਾਹਿਬ ਜੀ ਦੇ ਸ਼ਲੋਕ ਆਉਂਦੇ ਨੇ ਨਾ, ਉਹਨਾਂ ਵਿੱਚ ਉਹਨਾਂ ਨੇ ਕਿਹਾ ਹੈ ਕਿ ਇੱਥੇ ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ, ਚਲਤੀ ਬਾਰ ਨਾ ਕਛ ਮਿਲਿਓ, ਲਈ ਲੰਗੋਟੀ ਤੋਰ। ਲੰਗੋਟੀ ਦਾ ਅਰਥ ਪੁਰਾਤਨ ਸਮੇਂ ਦੇ ਵਿੱਚ ਮਾੜਾ ਮੋਟਾ ਕੁਝ ਬਣ ਕੇ ਰੱਖਦੇ ਸਨ ਕਿ ਚਲੋ ਇਹ ਕੈਰੀ ਕਰੋ, ਕਿਤੇ ਕੰਮ ਆ ਜਾਏਗਾ। ਅੱਜ ਦੇ ਟਾਈਮ ਦੇ ਵਿੱਚ ਮੰਨ ਲਓ ਕਿ ਕਿਸੇ ਨੇ ਚੰਗੀ ਵਧੀਆ ਸੋਨੇ ਦੀ ਛਾਪ ਪਾਈ ਹੈ, ਕੜਾ ਪਾਇਆ ਹੈ, ਮੈਨੂੰ ਖਿਮਾ ਕਰ ਦਿਓ ਜੀ, ਇਹ ਹਕੀਕਤ ਹੈ। ਜਾਣ ਤੋਂ ਪਹਿਲਾਂ ਝਗੜੇ ਖੜੇ ਹੋ ਜਾਂਦੇ ਨੇ, ਇਹ ਲਾ ਲਓ, ਇਹਦਾ ਕੀ ਕਰਨਾ ਹੈ। ਜਿਹੜੀ ਜ਼ਮੀਨ ਹੈ ਲਵਾ ਲਓ, ਪੱਟੇ 'ਚ ਨਹੀਂ ਲੱਗਦੀ ਹੈ। ਸਾਰਾ ਕੁਝ ਖੋਹ ਲੈਣਗੇ ਅਗਲੇ ਤੇਰੇ ਕੋਲ, ਕੱਖ ਜਾਂਦਾ ਹੀ ਨਹੀਂ ਨਾਲ ਹੈਗਾ। ਲਈ ਲੰਗੋਟੀ ਤੋਰ, ਕੱਖ ਨਹੀਂ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ, ਪ੍ਰਾਹੁਣੇ ਨੂੰ ਚਾਹੀਦਾ ਜਿੰਨਾ ਚਿਰ ਹੈਗਾ, ਜੈਸੇ ਰਹਿਣ ਪਰੋਣੇ ਉੱਠ ਚਲਸੇ ਪ੍ਰਭਾਤ, ਕਿਆ ਤੂੰ ਰਤਾ ਗ੍ਰਸਤ ਸਿਓ ਸਭ ਫੁੱਲਾਂ ਕੀ ਬਾਗਾਤ। ਇਹ ਤੇ ਫੁੱਲਾਂ ਦਾ ਬਾਗ ਹੈ ਬੜਾ ਖੂਬਸੂਰਤ। ਕਦੀ ਤੁਸੀਂ ਫੁੱਲਾਂ ਦੇ ਬਾਗ 'ਚ ਜਾਂਦੇ ਹੋ ਨਾ, ਵੇਖਿਓ ਉੱਥੇ ਫੁੱਲ ਖਿੜੇ ਹੀ ਚੰਗੇ ਲੱਗਦੇ ਨੇ, ਪਰ ਉਹਨਾਂ ਵਿੱਚੋਂ ਦੀ ਕੁਝ ਸਮੇਂ ਲਈ ਉਹ ਸਾਰੇ ਮਹਿਮਾਨ ਨੇ, ਉਹਨਾਂ 'ਚੋਂ ਮੁਰਝਾ ਕੇ ਡਿੱਗਣਗੇ ਤੇ ਉਸੇ ਹੀ ਟਾਣੀ ਤੇ ਇੱਕ ਨਵਾਂ ਕੁਦਰਤ ਦੇ ਦਿੰਦੀ ਹੈ। ਇਹ ਸਿਲਸਿਲਾ ਚੱਲਦਾ ਰਹਿੰਦਾ ਲਗਾਤਾਰ। ਫੁੱਲ ਉੱਗਦੇ ਆਪਣੇ ਟਾਈਮ ਤੇ, ਉਹ ਪੂਰਾ ਖਿੜਦੇ ਨੇ, ਬਸ ਉਹਦਾ ਖਿੜਨਾ ਹੀ ਜੀਵਨ ਹੈ ਅਸਲ ਦੇ ਵਿੱਚ। ਬੰਦਾ ਕਹਿੰਦਾ ਨਾ, ਮਕਸਦ ਕੀ ਹੈ ਜੇ ਸਾਡਾ ਇੱਥੇ ਆਉਣ ਦਾ? ਮਹਾਰਾਜ ਕਹਿੰਦੇ ਫੁੱਲ ਨੂੰ ਵੇਖ ਲੈ, ਉਹਦਾ ਖਿੜਨਾ, ਖੁਸ਼ਬੂ ਦੇਣਾ, ਕਿਸੇ ਦਾ ਸੁਹਾਵਣਾ ਲੱਗਣਾ, ਖਿੱਚ ਦਾ ਕਾਰਨ ਬਣਨਾ, ਬਸ ਇਹੀ ਉਹਦੀ ਲਾਈਫ ਹੁੰਦੀ ਹੈ। ਇੰਨਾ ਹੀ ਹੈ ਬਸ। ਹੌਲੀ ਹੌਲੀ ਮੁਰਝਾ ਜਾਣਾ, ਡਿੱਗ ਪੈਣਾ, ਮਿੱਟੀ ਦੇ ਵਿੱਚ ਮਿੱਟੀ ਰਲ ਜਾਏਗੀ, ਸਾਰਾ ਮਿੱਟੀ ਹੋ ਜਾਣਾ। ਪਵਨੇ ਮੇਂ ਪਵਨ ਸਮਾਇਆ, ਜੋਤੀ ਮੇਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਕਿਸੇ ਵਿਦਵਾਨ ਨੇ ਇੱਕ ਬੜੀ ਵਧੀਆ ਗੱਲ ਲਿਖੀ, ਉਹ ਕਹਿੰਦਾ, ਕਵੀ, ਉਹ ਕਹਿੰਦਾ ਦਰਖਤ ਤੋਂ ਨਾ ਪੱਤੇ ਡਿੱਗਦੇ ਨੇ ਧਰਤੀ ਤੇ, ਜਦੋਂ ਉਹ ਹਿਲਦੇ ਹੁੰਦੇ ਆਉਂਦੇ ਨੇ, ਤੁਸੀਂ ਵੇਖੋ, ਉਹ ਕਹਿੰਦਾ ਉਹ ਹਿਲਦਾ ਹੋਇਆ ਪੱਤਾ ਕੁਝ ਕਹਿ ਰਿਹਾ ਦਰਖਤ ਨੂੰ, ਉਹ ਗੱਲਬਾਤ ਦਿਖਾਉਂਦਾ ਉੱਥੇ। ਪਾਤ ਉਡੰਤਾ ਬੋਲਿਆ ਸੁਣ ਤਰਵਰ ਬਨ ਰਾਏ। ਉਹ ਕਹਿੰਦਾ ਤੇਰੇ ਨਾਲ ਲੱਗਾ ਸਾ ਕਿੰਨਾ ਚੰਗਾ ਸਾ, ਤੇਰੇ ਤੋਂ ਦੂਰ ਹੋ ਲੱਗਾ ਵਾਂ। ਪਾਤ ਉਡੰਤਾ ਬੋਲਿਆ ਸੁਣ ਤਰਵਰ ਬਨ ਰਾਏ, ਅਬ ਕੇ ਵਿਛੜੇ ਕਬ ਮਿਲेंगे, ਧੂਰ ਮਿਲेंगे ਜਾਏ। ਕਦੋਂ ਮਿਲਾਂਗੇ ਫਿਰ ਵਾਦਾ ਕਰ। ਕਹਿੰਦੇ ਆਗੇ ਤਰਵਰ ਬੋਲਿਆ ਸੁਣੋ ਪਾਤ ਮੰਬਾਦ। ਦਰਖਤ ਅੱਗੋਂ ਬੋਲ ਕੇ ਕਹਿੰਦਾ ਹੈ, ਮੇਰੀ ਗੱਲ ਸੁਣ ਭਰਾਵਾ, ਕੋਈ ਵਾਦਾ ਨਹੀਂ ਕਿਸੇ ਕਿਸਮ ਦਾ। ਆਗੇ ਤਰਵਰ ਬੋਲਿਆ ਸੁਣੋ ਪਾਤ ਮੰਬਾਦ, ਇਹ ਹਮਾਰਾ ਸਵਾਉ ਹੈ ਇੱਕ ਆਵਤ ਇੱਕ ਜਾਤ। ਤੇਰੇ ਤੋਂ ਪਹਿਲਾਂ ਵੀ ਲੱਗੇ ਸਨ ਬੜੇ, ਇਦਾਂ ਹੀ ਗਏ ਨੇ, ਤੇਰੇ ਤੋਂ ਬਾਅਦ ਵੀ ਆਉਣਗੇ, ਇਦਾਂ ਹੀ ਚੱਲਦਾ ਸਾਰਾ।
ਵਾਦਾ ਕੋਈ ਨਹੀਂ ਕਿ ਮੁੜ ਕੇ ਤੂੰ ਹੀ ਲੱਗ ਜਾਏਗਾ ਕਿਤੇ ਉੱਥੇ, ਕੋਈ ਵਾਦਾ ਨਹੀਂ ਹੈ। ਸੋ ਮਹਾਰਾਜ ਜੀ ਨੇ, ਤੁਸੀਂ ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਪੜੋਗੇ ਨਾ, ਉੱਥੇ ਕਨਵਰਸੇਸ਼ਨ ਦਿਖਾਈ ਮਹਾਰਾਜ ਜੀ ਨੇ ਆਤਮਾ ਦੀ ਤੇ ਸਰੀਰ ਦੀ। ਸਰੀਰ ਆਤਮਾ ਨੂੰ ਪਤਾ ਕੀ ਕਹਿੰਦਾ, ਧਨ ਕਹੇ ਤੂੰ ਵਸ ਮੈਂ ਨਾਲੇ। ਸਰੀਰ ਇਸਤਰੀ ਤੇ ਪਤੀ ਹੈ ਆਤਮਾ ਅੰਦਰ, ਜਿਹਨੂੰ ਅਸੀਂ ਸੋਲ ਕਹਿੰਦੇ ਆ, ਹੰਸ ਕਹਿੰਦੇ ਆ, ਐਨਰਜੀ ਕਹਿੰਦੇ ਆ, ਕੁਝ ਕਹਿ ਲਓ ਅੰਦਰ ਸੱਤਾ ਜਿਹੜੀ ਕੰਮ ਕਰ ਰਹੀ ਹੈ। ਬਾਹਰ ਦਾ ਸਟਰਕਚਰ ਸਰੀਰ ਅੰਦਰ ਨੂੰ ਕੁਝ ਕਹਿ ਰਿਹਾ ਹੈ। ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰੀਤ ਸੁਖਵਾਸੀ ਬਾਲ ਗੋਪਾਲੇ। ਅਸੀਂ ਦੋਵਾਂ ਨੇ ਇਕੱਠੇ ਜਨਮ ਲਿਆ ਤੇ ਸਰੀਰ ਉਹਨੂੰ ਕਹਿੰਦਾ ਇੱਕ ਕਮਿਟਮੈਂਟ ਕਰ, ਇੱਕ ਵਾਅਦਾ ਕਰ, ਆਪਾਂ ਇਕੱਠੇ ਹੀ ਰਵਾਂਗੇ। ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰੀਤ ਸੁਖਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੋ ਕਿਤੇ ਹੀ ਨਾ ਲਿਖੈ। ਤੇਰੇ ਤੋਂ ਬਗੈਰ ਮੇਰੀ ਕੀ ਵੈਲਿਊ। ਇਹਨਾਂ ਨੇ ਚੁੱਕ ਕੇ ਲਿਜਾ ਕੇ 4 ਬੰਦਿਆਂ ਨੇ ਅਗਨ ਦੇ ਹਵਾਲੇ ਕਰ ਦੇਣਾ। ਤੁਝ ਬਿਨਾ ਹੋ ਕਿਤੇ ਹੀ ਨਾ ਲਿਖੈ, ਬਚਨ ਦੇ ਛੋੜ ਨਾ ਜਾਸਾ ਹੈ। ਵਾਦਾ ਕਰ ਛੱਡ ਕੇ ਨਾ ਜਾਈ ਮੈਨੂੰ। ਕਹਿੰਦੇ ਅੱਗੇ ਜਿਹੜਾ ਪਤੀ ਸੀ ਉਹ ਬੋਲ ਪਿਆ, ਜਿਹੜਾ ਅੰਦਰ ਜੀਵ ਹੈ ਨਾ ਸੱਚ ਕਰਤੇ ਨਾਲ ਜੁੜਿਆ, ਉਹਨੇ ਅੱਗੇ ਉਹਦੀ ਜਵਾਬ ਦਿੱਤਾ। ਉਹ ਅੱਗੇ ਉਹ ਕਹਿੰਦਾ ਕਿ ਜਿੰਨੇ ਤੈਨੂੰ ਤੇ ਮੈਨੂੰ ਇਕੱਠਿਆਂ ਪੈਦਾ ਕੀਤਾ ਹੈ ਨਾ, ਇਹ ਰਲਾ ਕੇ ਸਾਨੂੰ ਇੱਕ ਜੀਵਨ ਦਿੱਤਾ ਹੈ। ਕਹਿੰਦੇ ਕਾਣ ਨਾ ਛੰਦਾ, ਉਹ ਕਿਸੇ ਦੀ ਨਹੀਂ ਸੁਣਦਾ। ਤੈਨੂੰ ਮੈਨੂੰ ਰਲਾਉਣ ਲੱਗਿਆ ਸਾਡੇ ਤੋਂ ਕੋਈ ਇਹਨੇ ਪਰਮਿਸ਼ਨ ਥੋੜਾ ਲਈ ਸੀ, ਉਹਨੇ ਕਿਸੇ ਦੀ ਸਲਾਹ ਥੋੜਾ ਲਈ ਸੀ। ਇਸ ਕਰਕੇ ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰੀਤ ਸੁਖਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੁਣ ਕਿਤੇ ਹੀ ਨਾ ਲੇਖੇ, ਬਚਨ ਦੇ ਛੋੜ ਨਾ ਜਾਸਾ ਹੈ, ਫਿਰ ਕਹੇ ਹੋ ਹੁਕਮੀ ਬੰਦਾ। ਅੱਗੇ ਉਹ ਕਹਿੰਦਾ ਮੈਂ ਤੇ ਹੁਕਮ ਦੇ ਵਿੱਚ ਆ, ਕੋਈ ਵਾਅਦੇ ਨਹੀਂ। ਫਿਰ ਕਹੇ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਜਿਚਰ ਰਾਖੇ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਉਠ ਸਿਧਾਸਾ ਹੈ। ਉਹਨੇ ਆਵਾਜ਼ ਮਾਰੀ, ਮੈਨੂੰ ਜਾਣਾ ਹੀ ਪੈਣਾ, ਕੋਈ ਵਾਅਦੇ ਨਹੀਂ ਹੈਗੇ। ਕਹਿੰਦੇ ਹੋਈ ਆ ਗਿਆ ਪਿਰਹੇ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਆਪਾਂ ਕਹਿੰਦੇ ਆ ਨਾ ਬੰਦੇ ਨੂੰ ਪਤਾ ਹੀ ਨਹੀਂ ਲੱਗਾ ਜੀ, ਸੁੱਤੇ ਤੇ ਪਤਾ ਨਹੀਂ ਕੀ ਹੋ ਗਿਆ, ਉੱਠਿਆ ਹੀ ਨਹੀਂ। ਕੋਈ ਸਰੀਰ ਦੇ ਨਾਲ ਗੱਲਬਾਤ ਹੀ ਨਹੀਂ, ਕੋਈ ਡਾਇਲੋਗ ਹੀ ਨਹੀਂ, ਕੋਈ ਪੁੱਛ ਗਿੱਛ ਹੀ ਨਹੀਂ ਹੈਗੀ ਇੱਥੇ। ਸੋ ਮਹਾਰਾਜ ਕਹਿੰਦੇ ਨੇ ਜੈਸੇ ਰੈਣ ਪਰੋਣੇ ਉੱਠ ਚਲ ਸੇ ਪ੍ਰਭਾਤ, ਕਿਆ ਤੂੰ ਰਤਾਂ ਗ੍ਰਸਤ ਸਿਉ ਸਭ ਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰੇ ਜਿਨ ਦਿਆ ਸੋ ਪ੍ਰਭ ਲੋੜ, ਕਾਹਦਾ ਹੰਕਾਰ ਕਾਹਦੇ ਦਾਵੇ, ਮੇਰੀ ਮੇਰੀ ਦਾ ਰੋਲਾ ਕਾਹਦਾ। ਮੇਰੀ ਮੇਰੀ ਕਿਆ ਕਰੇ ਜਿਨ ਦਿਆ ਸੋ ਪ੍ਰਭ ਲੋੜ, ਜਿਸ ਮਾਲਕ ਦਾ ਦਿੱਤਾ ਹੋਇਆ ਨਾ ਉਹ ਲੋੜ ਤੇਰੀ ਲੋੜ ਹੈ, ਤੇਰੀ ਜ਼ਰੂਰਤ ਹੈ ਸਿਰਫ ਕਰਤੇ ਨੂੰ ਚੇਤੇ ਰੱਖਣ ਦੀ। ਬਾਕੀ ਸਭ ਕੁਝ ਉਹਨੇ ਤੈਨੂੰ ਦਿੱਤਾ, ਪ੍ਰੋਵਾਈਡ ਕੀਤਾ ਹੋਇਆ। ਜਿਨ ਦਿਆ ਸੋ ਪ੍ਰਭ ਲੋੜ। ਮਹਾਰਾਜ ਅਖੀਰ ਚ ਕਹਿੰਦੇ ਨੇ ਸਰ ਪਰ ਉੱਠੀ ਚੱਲਣਾ, ਛੱਡ ਜਾਸੀ ਲੱਖ ਕਰੋੜ। ਬਹੁਤਾਤ ਚਲੇ ਗਏ ਇੱਥੋਂ ਦੀ। 184 ਭਰਮਤਿਆਂ ਦੁਰਲਭ ਜਨਮ ਪਾਇਓ। ਇਹ ਬਹੁਤ ਵਕਤ ਬਾਅਦ ਇਹ ਜੇ ਗੱਲ ਸਮਝ ਆਈ ਕਿ ਇਹ ਜੀਵਨ ਆ ਹੁੰਦਾ ਹੈ। 184 ਭਰਮਤਿਆਂ ਦੁਰਲਭ ਜਨਮ ਪਾਇਓ। ਮਹਾਰਾਜ ਕਹਿੰਦੇ ਨੇ ਨਾਨਕ ਨਾਮ ਸੰਭਾਲ ਤੂੰ, ਸੋ ਦਿਨ ਨੇੜਾ ਆਇਓ। ਅਜੇ ਮੌਕਾ ਹੈ, ਵਕਤ ਹੈ, ਤੂੰ ਚੇਤੇ ਕਰ ਸਕਦਾ ਹੈ, ਕਿਉਂਕਿ ਜਿਨ੍ਹਾਂ ਦੇ ਅੰਦਰ ਸਾਹ ਚੱਲ ਰਹੇ ਨੇ ਨਾ ਉਹਨਾਂ ਨੂੰ ਇਹ ਗੱਲ ਸਮਝ ਪੈ ਜਾਏ। ਮਹਾਰਾਜ ਕਹਿੰਦੇ ਨੇ ਉਹ ਸੰਭਾਲ ਕਰ ਸਕਦੇ। ਚਲੇ ਗਿਆਂ ਦੀ ਅਰਦਾਸ ਹੋ ਸਕਦੀ ਹੈ, ਚਲੇ ਗਿਆਂ ਦੇ ਸੰਬੰਧੀ ਵਿਛੋੜੇ ਦਾ ਅਹਿਸਾਸ ਪ੍ਰਗਟ ਹੋ ਸਕਦਾ ਹੈ, ਚਲੇ ਗਿਆਂ ਦੇ ਸੰਬੰਧੀ ਅਸੀਂ ਸਾਰੇ ਹੀ ਬਿਰਹਾਂ ਦੇ ਵਿੱਚ ਇਸ ਵਕਤ ਸਮਾਂ ਗੁਜ਼ਾਰਦੇ ਸਤਸੰਗਤ ਰੂਪ 'ਚ ਬੈਠ ਸਕਦੇ ਹਾਂ। ਪਰ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਕੋਲ ਸਾਹ ਨੇ ਉਹ ਸੰਭਾਲ ਕਰਨ ਆਪਣੀ। ਸੋ ਦਿਨ ਨੇੜਾ ਆਏ, ਉਹ ਆ ਰਿਹਾ ਵਕਤ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਜਿੰਨਾ ਵੀ ਵਕਤ ਕਰਤੇ ਵਾਹਿਗੁਰੂ ਨੇ ਔਰ ਜਿਹੜੇ ਪਰਉਪਕਾਰ ਕੀਤੇ ਨੇ ਉਹਦਾ ਸ਼ੁਕਰਗੁਜ਼ਾਰ ਹੋ ਸਕੀ, ਉਹ ਲਾਮਿਆਂ ਦੇ ਵਿੱਚ ਨਿਕਲ ਸਕੀ। ਉਹ ਲਾਨੋ ਮੈਂ ਕਾਹੂ ਨਾ ਦਿਓ, ਮਨ ਮੀੜ ਤੁਮਾਰੋ ਕੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ।